ਵਾਹਿਗੁਰੂ ਜੀ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀਓ। ਗੁਰੂ ਪਿਆਰਿਓ, ਅਸੀਂ ਜੋ ਸੋਹਿਲਾ ਸਾਹਿਬ ਦੀ ਬਾਣੀ ਦੇ ਸ਼ਬਦ ਹਨ ਉਹਨਾਂ ਦੇ ਵਿਚਾਰ ਕਰ ਰਹੇ ਹਾਂ। ਅੱਜ ਅਸੀਂ ਵਿਚਾਰ ਕਰਨੀ ਹੈ ਉਸ ਸ਼ਬਦ ਦੀ ਜਿਸ ਨੂੰ ਅਸੀਂ ਆਮ ਤੌਰ ਤੇ ਆਰਤੀ ਦਾ ਸ਼ਬਦ ਕਹਿ ਕੇ ਦੱਸਦੇ ਹਾਂ। ਭਾਵੇਂ ਜਦੋਂ ਜਪਜੀ ਸਾਹਿਬ ਤੋਂ ਬਾਅਦ ਸੋਹਿਲਾ ਸਾਹਿਬ ਦੇ ਸ਼ਬਦ ਆਉਂਦੇ ਹਨ ਤਾਂ ਉਸ ਦੇ ਵਿੱਚ ਆਰਤੀ ਦਾ ਸਿਰਲੇਖ ਨਹੀਂ ਦਿੱਤਾ ਹੋਇਆ, ਪਰ ਜਦੋਂ ਇਹੀ ਸ਼ਬਦ ਬਾਅਦ ਦੇ ਵਿੱਚ ਧਨਾਸਰੀ ਰਾਗ ਦੇ ਵਿੱਚ ਸਾਹਿਬਾਂ ਨੇ ਅੰਕਿਤ ਕੀਤਾ ਹੈ ਤਾਂ ਉਹਦੇ ਵਿੱਚ ਆਰਤੀ ਦਾ ਸਿਰਲੇਖ ਦਿੱਤਾ ਹੋਇਆ ਹੈ। ਇਸ ਕਰਕੇ ਆਮ ਤੌਰ ਤੇ ਇਸ ਸ਼ਬਦ ਨੂੰ ਆਰਤੀ ਦਾ ਸ਼ਬਦ ਵੀ ਕਹਿ ਦਿੱਤਾ ਜਾਂਦਾ ਹੈ। ਇਸ ਦੇ ਬਾਰੇ, ਸ਼ਬਦ ਦੇ ਬਾਰੇ ਜੇ ਬਰੀਫ ਆਪਾਂ ਇੰਟਰੋਡਕਸ਼ਨ ਦੀ ਗੱਲ ਕਰੀਏ ਤਾਂ ਆਮ ਸਾਡੇ ਇਹ ਪ੍ਰਚਲਿਤ ਧਾਰਨਾ ਹੈ, ਪੁਰਾਤਨ ਸਾਹਿਤਕ ਜਿਹੜੇ ਸਾਡੇ ਸਰੋਤ ਹਨ, ਜਨਮ ਸਾਖੀਆਂ ਜਾਂ ਹੋਰ ਇਸ ਕਿਸਮ ਦੇ ਸਰੋਤ ਹਨ, ਉਹਨਾਂ ਦੇ ਵਿੱਚ ਇਹ ਆਉਂਦਾ ਹੈ ਕਿ ਸਤਿਗੁਰੂ ਜੀ ਨੇ ਸ਼ਬਦ ਉਦੋਂ ਉਚਾਰਿਆ ਜਦੋਂ ਆਪ ਉੜੀਸਾ ਦੇ ਵਿੱਚ ਜਗਨਨਾਥਪੁਰੀ ਦੇ ਮੰਦਿਰ ਦੇ ਵਿੱਚ ਗਏ। ਆਪਣੀ ਉਦਾਸੀਆਂ ਦੇ ਵਿੱਚ ਜਦੋਂ ਆਪ ਪੂਰਬ ਦੇ ਇਲਾਕੇ ਦੇ ਵਿੱਚ ਗਏ ਤਾਂ ਉੱਥੋਂ ਪੂਰਬ ਦਾ ਇਲਾਕਾ ਘੁੰਮ ਕੇ ਜਗਨਨਾਥਪੁਰੀ ਦੇ ਸਥਾਨ ਤੇ ਜੋ ਬਹੁਤ ਵੱਡਾ ਜਗਨਨਾਥ ਮੰਦਿਰ ਹੈ, ਅੱਜ ਵੀ ਬਹੁਤ ਮਸ਼ਹੂਰ ਹੈ। ਉੱਥੋਂ ਦੀ ਜਗਨਨਾਥ ਰੱਥ ਯਾਤਰਾ ਤਾਂ ਹੁਣ ਤਕਰੀਬਨ ਪੂਰੇ ਭਾਰਤ ਦੇ ਵਿੱਚ ਹਰ ਸ਼ਹਿਰ ਦੇ ਵਿੱਚ ਕੱਢੀ ਜਾਂਦੀ ਹੈ। ਤੋ ਸਤਿਗੁਰੂ ਜੀ ਜਦੋਂ ਉੱਥੇ ਗਏ, ਜਗਤ ਨੂੰ ਤਾਰਨ ਦੇ ਚੜਿਆ ਸੋਧਨ ਧਰਤ ਲੁਕਾਈ ਦੇ ਆਦਰਸ਼ ਨੂੰ ਸਾਹਮਣੇ ਰੱਖ ਕੇ, ਤੇ ਇਹ ਕਿਹਾ ਜਾਂਦਾ ਹੈ ਕਿ ਉਸ ਵੇਲੇ ਹੋ ਰਹੀ ਆਰਤੀ ਨੂੰ ਦੇਖ ਕੇ ਤੇ ਸਤਿਗੁਰਾਂ ਨੇ ਇਹ ਸ਼ਬਦ ਉਚਾਰਿਆ। ਆਮ ਤੌਰ ਤੇ ਇਸ ਨੂੰ ਹਿੰਦੂ ਆਰਤੀ ਦੀ ਨਿਖੇਧੀ ਜਾਂ ਖੰਡਨ ਦਾ ਸ਼ਬਦ ਵੀ ਕਹਿ ਦਿੱਤਾ ਜਾਂਦਾ ਹੈ। ਪਰ ਜੇ ਅਸੀਂ ਇਸ ਸ਼ਬਦ ਨੂੰ ਪੜ੍ਹੀਏ ਤੇ ਭਾਵੇਂ ਸਤਿਗੁਰਾਂ ਨੇ ਆਰਤੀ ਦੇ ਵਿੱਚ ਵਰਤੇ ਜਾਂਦੇ ਸਾਰੇ ਕਰਮਾਂ ਨੂੰ, ਚੀਜ਼ਾਂ ਨੂੰ, ਉਹਦੀ ਕਿਰਿਆ ਨੂੰ, ਇਹਨਾਂ ਸਭ ਚੀਜ਼ਾਂ ਨੂੰ ਆਧਾਰ ਬਣਾ ਕੇ ਉਪਦੇਸ਼ ਤਾਂ ਦਿੱਤਾ ਹੈ, ਪਰ ਸਿੱਧੇ ਤੌਰ ਤੇ ਨਿਖੇਧੀ ਨਹੀਂ ਦਿੱਤੀ। ਕਿਸੇ ਵੀ ਚੀਜ਼ ਦੀ ਉਹਨਾਂ ਨੇ ਸਿੱਧੇ ਤੌਰ ਤੇ ਨਿਖੇਧੀ ਨਹੀਂ ਕੀਤੀ। ਹਾਂ, ਜੇ ਅਸੀਂ ਚਾਹੀਏ ਤੇ ਉਸ ਨਜ਼ਰ ਦੇ ਨਾਲ ਸਾਨੂੰ ਅਸਿੱਧੇ ਤੌਰ ਦੇ ਉੱਤੇ ਇਹਦੇ ਵਿੱਚ ਜੋ ਉਹਨਾਂ ਨੇ ਉਪਦੇਸ਼ ਕੀਤਾ ਉਹਦੇ ਵਿੱਚੋਂ ਅਸੀਂ ਨਿਖੇਧੀ ਵਾਲਾ ਅੰਸ਼ ਜਿਹੜਾ ਹੈ ਉਹ ਅਸੀਂ ਦੇਖ ਸਕਦੇ ਹਾਂ। ਉਹਦੇ ਵਿੱਚ, ਇਸ ਵਿੱਚ ਕੋਈ ਇਨਕਾਰ ਨਹੀਂ ਹੈ। ਪਰੰਤੂ ਇੱਕ ਗੁਰਸਿੱਖ ਦੇ ਤੌਰ ਦੇ ਉੱਤੇ ਜਿਸ ਦਾ ਆਦਰਸ਼ ਕਿਸੇ ਦੂਜੇ ਧਰਮ ਦੀ ਨਿਖੇਧੀ ਕਰਨਾ ਨਾ ਹੋ ਕੇ ਸਤਿਗੁਰੂ ਜੀ ਦੇ ਉਪਦੇਸ਼ ਦੇ ਵਿੱਚੋਂ ਆਪਣੀ ਜੀਵਨ ਸੇਧ ਲੈਣਾ ਹੋਵੇ, ਇੱਕ ਅਜਿਹੇ ਵਿਅਕਤੀ ਦੇ ਵਾਸਤੇ ਨਿਖੇਧੀ ਵਾਲਾ ਪੱਖ ਘੱਟ ਮਹੱਤਵਪੂਰਨ ਹੈ। ਸਗੋਂ ਜੇ ਆਪਾਂ ਇਉਂ ਕਹਿ ਲਈਏ ਕਿ ਖੰਡਨ ਵਾਲਾ ਪੱਖ ਅਗਰ ਹੋਵੇ ਵੀ, ਵੈਸੇ ਇਸ ਸ਼ਬਦ ਦੇ ਵਿੱਚ ਸਿੱਧਾ ਖੰਡਨ ਤਾਂ ਨਹੀਂ ਹੈ, ਪਰ ਜੇ ਅਸੀਂ ਲੱਭਦੇ ਵੀ ਹਾਂ ਤਾਂ ਖੰਡਨ ਵਾਲਾ ਪੱਖ ਜੇ ਹੈ ਵੀ, ਸਾਨੂੰ ਦਿਸਦਾ ਵੀ ਪਿਆ, ਤਾਂ ਉਹ ਘੱਟ ਮਹੱਤਵਪੂਰਨ ਹੈ। ਵੰਡਣ ਵਾਲਾ ਪੱਖ ਭਾਵ ਸਤਿਗੁਰੂ ਜੀ ਨੇ ਸਾਨੂੰ ਕੀ ਉਪਦੇਸ਼ ਦਿੱਤਾ ਹੈ, ਉਹ ਸਾਡੇ ਲਈ ਜ਼ਿਆਦਾ ਮਹੱਤਵਪੂਰਨ ਹੈ, ਕਿਉਂਕਿ ਅਸੀਂ ਜਿਗਿਆਸੂ ਹਾਂ। ਆਪਣੇ ਜੀਵਨ ਨੂੰ ਗੁਰੂ ਨਾਨਕ ਦੇ ਆਦਰਸ਼ਾਂ ਦੇ ਮੁਤਾਬਕ ਅਸੀਂ ਬਣਾਉਣਾ ਚਾਹੁੰਦੇ ਹਾਂ। ਉਹਨਾਂ ਦੇ ਉਪਦੇਸ਼ਾਂ ਨੂੰ ਹਿਰਦੇ ਵਿੱਚ ਧਾਰਨ ਕਰਕੇ ਆਪਣੇ ਜੀਵਨ ਨੂੰ ਉਹੋ ਜਿਹਾ ਬਣਾਉਣਾ ਚਾਹੁੰਦੇ ਹਾਂ। ਤੋ ਮੈਂ ਸਮਝਦਾ ਹਾਂ ਕਿ ਇਸ ਸ਼ਬਦ ਨੂੰ ਕੇਵਲ ਜਗਨਨਾਥਪੁਰੀ ਵਿੱਚ ਹੋ ਰਹੀ ਆਰਤੀ ਦੇ ਚੌਖਟੇ ਵਿੱਚ ਰੱਖ ਕੇ ਸਾਨੂੰ ਨਹੀਂ ਦੇਖਣਾ ਚਾਹੀਦਾ, ਕਿਉਂਕਿ ਭਾਵੇਂ ਇਸ ਦਾ ਕਾਰਨ ਉਹੀ ਹੋਵੇ ਜਾਂ ਨਾ ਵੀ ਹੋਵੇ, ਜਾਂ ਕਿਸੇ ਹੋਰ ਥਾਂ ਤੇ ਆਰਤੀ ਹੋ ਰਹੀ ਹੋਵੇ, ਕਿਸੇ ਵੀ ਥਾਂ ਤੇ ਸਤਿਗੁਰਾਂ ਨੇ ਉਚਾਰਿਆ ਹੋਵੇ, ਆਪਾਂ ਇਹ ਮੰਨ ਲੈਂਦੇ ਹਾਂ ਕਿ ਜਗਨਨਾਥਪੁਰੀ ਹੀ ਉਚਾਰਿਆ ਹੈ, ਪਰ ਸਾਡਾ ਮਹੱਤਵਪੂਰਨ ਜੋ ਅੰਗ ਹੈ ਇਸ ਦਾ ਉਹ ਇਹ ਹੈ ਕਿ ਸਤਿਗੁਰੂ ਜੀ ਨੇ ਇਸ ਸ਼ਬਦ ਦੇ ਰਾਹੀਂ ਸਾਨੂੰ ਕੀ ਸਿੱਖਿਆ ਦਿੱਤੀ ਹੈ
ਸਾਨੂੰ ਆਪਣਾ ਜੀਵਨ ਕੈਸਾ ਬਣਾਉਣ ਦੀ ਸਿੱਖਿਆ ਦਿੱਤੀ ਹੈ। ਸਾਡਾ ਇੱਕੋ ਇੱਕ ਹੀ ਸਾਡੇ ਇਸ ਸ਼ਬਦ ਦੇ ਵਿੱਚੋਂ ਇਹਦੇ ਅਰਥ ਸਮਝਣ ਲੱਗਿਆ, ਇਹਦੇ ਵਿੱਚੋਂ ਸਿੱਖਿਆ ਗ੍ਰਹਿਣ ਕਰਨ ਲੱਗਿਆ, ਸਾਡਾ ਮੰਤਵ ਇੱਕੋ ਹੀ ਹੋਣਾ ਚਾਹੀਦਾ ਹੈ ਕਿ ਸਾਡੇ ਲਈ ਸਤਿਗੁਰਾਂ ਨੇ ਇਹਦੇ ਵਿੱਚ ਕੀ ਉਪਦੇਸ਼ ਦਿੱਤਾ ਹੈ। ਕਿਉਂਕਿ ਸਤਿਗੁਰਾਂ ਦਾ ਹੋਰ ਥਾਂ ਤੇ ਬਚਨ ਹੈ ਕਿ ਮਹਾਂਪੁਰਖ ਪਰਥਾਏ ਸਾਖੀ ਬੋਲਦੇ ਸਾਂਝੀ ਸਗਲ ਜਹਾਨਾ। ਤਾਂ ਇਹ ਫੈਸਲਾ ਅਸੀਂ ਇਹ ਕਰਨਾ ਹੈ ਇੱਕ ਸਿੱਖ ਹੋਣ ਦੇ ਨਾਤੇ, ਜਗਿਆਸੂ ਹੋਣ ਦੇ ਨਾਤੇ, ਕਿ ਅਸੀਂ ਆਪਣੇ ਆਪ ਨੂੰ ਪਰਥਾਏ ਵਾਲੇ ਪੱਖ ਤੱਕ ਸੀਮਿਤ ਕਰਕੇ ਰੱਖਣਾ ਹੈ, ਜਾਂ ਅਸੀਂ ਸਾਂਝੀ ਸਗਲ ਜਹਾਨਾ ਜੋ ਪੱਖ ਹੈ ਇਸ ਸ਼ਬਦ ਦਾ, ਅਸੀਂ ਉੱਥੇ ਤੱਕ ਪਹੁੰਚਣਾ ਹੈ। ਸੋ ਪ੍ਰੇਮ ਸ਼ਰਧਾ ਸਤਿਗੁਰੂ ਦੀਆਂ ਜਿਹੜੀਆਂ ਭਾਵਨਾਵਾਂ ਤੱਕ ਪਹੁੰਚੀਏ, ਉੱਥੇ ਤੱਕ ਪਹੁੰਚੀਏ ਕਿ ਵੀ ਅਸੀਂ ਸਤਿਗੁਰੂ ਜੀ ਸਾਨੂੰ ਉਪਦੇਸ਼ ਕੀ ਕਰਨਾ ਚਾਹੁੰਦੇ ਹਾਂ। ਹਾਂ, ਇੱਥੇ ਆਰਤੀ ਸ਼ਬਦ ਜੋ ਅਨਮਤੀ ਧਰਮ ਵਿੱਚੋਂ, ਸਨਾਤਨ ਧਰਮ ਦੇ ਵਿੱਚੋਂ ਆਇਆ ਹੈ, ਉਹਦਾ ਆਪਾਂ ਅਰਥ ਸਮਝ ਲਈਏ ਤਾਂ ਫਿਰ ਪੂਰੇ ਸ਼ਬਦ ਦੇ ਅਰਥ ਸਮਝਣ ਵਿੱਚ ਸਾਨੂੰ ਥੋੜੀ ਆਸਾਨੀ ਹੋ ਜਾਏਗੀ। ਕਿ ਆਰਤੀ ਸ਼ਬਦ ਅਰਾਤਰਿਕ ਤੋਂ ਬਣਿਆ ਹੈ। ਅਰਾਤਰਿਕ ਦਾ ਮਤਲਬ ਹੈ ਕਿ ਜੋ ਰਾਤਰੀ ਦੇ ਹਨੇਰੇ ਨੂੰ ਦੂਰ ਕਰ ਦੇਵੇ, ਹਨੇਰੇ ਨੂੰ ਦੂਰ ਕਰਨਾ ਭਾਵ ਚਾਨਣ ਕਰ ਦੇਵੇ। ਇਹਦੇ ਬਾਰੇ ਕਿਹਾ ਜਾਂਦਾ ਹੈ ਕਿ ਵੈਦਿਕ ਕਰਮਾਂ ਦੇ ਵਿੱਚੋਂ ਇਹ ਆਰਤੀ ਨਿਕਲੀ ਹੈ। ਇਹ ਇੱਕ ਪੂਜਾ ਦਾ ਹੀ ਢੰਗ ਹੈ, ਜਿਹਦੇ ਵਿੱਚ ਇੱਕ ਆਰਤੀ ਦੇ ਵਿੱਚ ਥਾਲ ਸਜਾ ਕੇ ਉਹਦੇ ਵਿੱਚ ਤਰ੍ਹਾਂ ਤਰ੍ਹਾਂ ਦੇ ਦੀਵੇ, ਹੀਰੇ ਮੋਤੀ, ਫਲ, ਸਬਜ਼ੀਆਂ, ਪਾਣੀ, ਚੌਰ, ਇਹ ਸਾਰੀਆਂ ਚੀਜ਼ਾਂ ਜੋ ਪੰਜ ਤੱਤਾਂ ਦਾ ਉਹ ਕਹਿੰਦੇ ਹਨ ਕਿ ਨੁਮਾਇੰਦੇ ਹਨ, ਉਹ ਰੱਖ ਕੇ ਤੇ ਫਿਰ ਉਸ ਥਾਲੀ ਦੇ ਨਾਲ ਸਰੀਰ ਦੇ, ਮੂਰਤੀ ਦੇ ਸਰੀਰ ਦੇ ਵੱਖ-ਵੱਖ ਹਿੱਸਿਆਂ ਦੇ ਆਲੇ ਦੁਆਲੇ ਆਰਤੀ ਘੁਮਾ ਕੇ ਤੇ ਇਹ ਪੂਜਾ ਕਰਨ ਦਾ ਢੰਗ ਹੈ। ਤੋ ਆਮ ਹਿੰਦੂ ਦੀ ਨਜ਼ਰ ਦੇ ਵਿੱਚ ਇਹ ਆਪਣਾ ਸਤਿਕਾਰ ਕਿਸੇ ਦੇਵਤੇ ਦੇ ਪ੍ਰਤੀ, ਪ੍ਰੇਮ ਸ਼ਰਧਾ ਉਸ ਦੇਵਤੇ ਦੇ ਪ੍ਰਤੀ ਪ੍ਰਗਟ ਕਰਨ ਦਾ ਇੱਕ ਉੱਤਮ ਢੰਗ ਮੰਨਿਆ ਜਾਂਦਾ ਹੈ। ਔਰ ਕਈ ਲੋਕ ਤਾਂ ਇਹਨੂੰ ਦਿਨ ਵਿੱਚ ਕਈ ਵਾਰ ਵੀ ਕਰਦੇ ਹਨ। ਤੋ ਆਓ ਆਪਾਂ ਇਸ ਸ਼ਬਦ ਨੂੰ ਅਗਰ ਸਾਹਮਣੇ ਰੱਖੀਏ ਤਾਂ ਅਸੀਂ ਉਹਦੇ ਵਿੱਚੋਂ ਜਿਹੜਾ ਜੋ ਮੁੱਖ ਭਾਵ ਅਸੀਂ ਗ੍ਰਹਿਣ ਕਰਨਾ ਹੈ, ਉਹ ਸ਼ਬਦ ਦੇ ਵਿੱਚ ਜੋ ਸਤਿਗੁਰਾਂ ਨੇ ਸਾਨੂੰ ਉਪਦੇਸ਼ ਦਿੱਤਾ ਹੈ ਉਹੀ ਗ੍ਰਹਿਣ ਕਰਨਾ ਹੈ। ਆਪਣੇ ਆਪ ਦੇ ਵਿੱਚ ਆਰਤੀ ਦੀ ਜੋ ਕਿਰਿਆ ਦੂਜੇ ਧਰਮਾਂ ਵਿੱਚ ਕੀਤੀ ਜਾਂਦੀ ਹੈ, ਉਸ ਦੇ ਨਾਲ ਸਾਡਾ ਕੋਈ ਸੰਬੰਧ ਨਹੀਂ ਹੈ ਤੇ ਨਾ ਹੀ ਸਾਡੇ ਧਰਮ ਵਿੱਚ ਉਹਨੂੰ ਪ੍ਰਵਾਨਗੀ ਹੈ। ਹਾਲਾਂਕਿ ਕਈ ਲੋਕ ਇਸ ਗੱਲ ਨੂੰ, ਆਰਤੀ ਦੇ ਸ਼ਬਦ ਨੂੰ ਆਧਾਰ ਬਣਾ ਕੇ ਉਹਨਾਂ ਕਰਮਾਂ ਦੇ ਵਿੱਚ ਰੁੱਝੇ ਵੀ ਹੋਏ ਹਨ, ਪਰ ਉਹ ਇੱਕ ਵੱਖਰਾ ਵਿਸ਼ਾ ਹੈ। ਸਾਡਾ ਕੰਮ ਜੋ ਹੈ, ਸਤਿਗੁਰੂ ਜੀ ਨੇ ਇਸ ਸ਼ਬਦ ਦੇ ਵਿੱਚ ਜੋ ਉਪਦੇਸ਼ ਦਿੱਤਾ ਹੈ, ਅਸੀਂ ਉਹਦੀ ਤਹਿ ਤੱਕ, ਉਹਦੇ ਤੱਤ ਵਸਤੂ ਤੱਕ ਪਹੁੰਚਣਾ ਹੈ ਕਿ ਸਤਿਗੁਰੂ ਜੀ ਸਾਨੂੰ ਕੀ ਉਪਦੇਸ਼ ਇਸ ਸ਼ਬਦ ਰਾਹੀਂ ਦੇ ਰਹੇ ਹਨ। ਤੋ ਆਓ ਇਸ ਤੋਂ ਪਹਿਲਾਂ ਕਿ ਆਪਾਂ ਸ਼ਬਦ ਦੀ ਵਿਚਾਰ ਆਰੰਭ ਕਰੀਏ, ਸਭ ਤੋਂ ਪਹਿਲਾਂ ਆਪਾਂ ਇਸ ਸ਼ਬਦ ਦਾ ਇੱਕ ਵਾਰੀ ਪਾਠ ਕਰ ਲਈਏ ਜੀ। ਕਿ ਰਾਗ ਧਨਾਸਰੀ ਮਹਿਲਾ ਪਹਿਲਾ, ਗगन में थाल रव चंद दीपक बने, तार का मंडल जनक मोती, धूप मलयान लो पवन चवरो करे, सगल बन राए फुलंत ज्योति, कैसी आरती होए भाव खंडना तेरी आरती, अनहता शब्द वाजंत भेरी रहा, सहस तव नैन नन नैन है तोहे को, सहस मूरत ननायक तोही, सहस पद बिमल नन एक पद गंध बिन, सहस तव गंध एव चलत मोही, सहस पद बिमल नन एक पद गंध बिन, सहस तव गंध इव चलत मोही, सब में जोत जोत है सोए, तिस दै चानन सब में चानन होए, गुर साखी जोत प्रगट होए, जो तिस भावै सो आरती होए, हर चरण कंवल मकरंद लोभित मन,
ਅੰਧਨੋ ਮੋਹਿ ਆਹੀ ਪਿਆਸਾ, ਕਿਰਪਾ ਜਲ ਦੇ ਨਾਨਕ ਸਾਰੰਗ ਕੋ, ਹੋਏ ਜਾਂ ਤੇ ਤੇਰਾ ਨਾਏ ਵਾਸਾ। ਆਓ ਸਭ ਤੋਂ ਪਹਿਲਾਂ ਰਹਾਉ ਦੇ ਬੰਦ ਦੀ ਵਿਚਾਰ ਕਰ ਲਈਏ ਜੀ। ਰਹਾਉ ਦਾ ਬੰਦ ਹੈ, ਕੈਸੀ ਆਰਤੀ ਹੋਏ ਭਵ ਖੰਡਨਾ ਤੇਰੀ ਆਰਤੀ। ਭਵ ਖੰਡਨਾ ਦਾ ਅਰਥ ਹੈ ਜਨਮ ਮਰਨ ਕੱਟਣ ਵਾਲੇ। ਭਾਵ ਉਹ ਪ੍ਰਭੂ ਨੂੰ ਗੱਲ ਕਰ ਰਹੇ ਹਨ, ਪ੍ਰਭੂ ਨੂੰ ਐਡਰੈਸ ਕਰ ਰਹੇ ਹਨ। ਭਵ ਖੰਡਨਾ, ਹੇ ਪ੍ਰਭੂ ਤੇਰੀ ਆਰਤੀ। ਅਨਹਤਾ ਸ਼ਬਦ, ਅਨਹਤ ਦਾ ਮਤਲਬ ਹੈ ਕਿ ਉਹ ਸ਼ਬਦ, ਉਹ ਆਵਾਜ਼, ਉਹ ਨਾਦ ਜੋ ਬਿਨਾਂ ਵਜਾਏ ਵੱਜੇ। ਭਾਵ ਆਮ ਜੋ ਅਸੀਂ ਆਵਾਜ਼ਾਂ ਜਿਹੜੀਆਂ ਸੁਣ ਰਹੇ ਹਾਂ, ਮੇਰੀ ਆਵਾਜ਼ ਵੀ ਤੁਸੀਂ ਸੁਣ ਰਹੇ ਹੋ, ਤਾਂ ਇਹ ਸਾਡੀਆਂ ਵੋਕਲ ਕਾਰਡਸ ਤੇ ਹਵਾ ਦੇ ਟਕਰਾਉਣ ਤੋਂ ਪੈਦਾ ਹੁੰਦੀ ਹੈ। ਇਸੇ ਤਰ੍ਹਾਂ ਹੀ ਹਰ ਮਿਊਜ਼ਿਕ ਇਨਸਟਰੂਮੈਂਟ ਦੀ ਆਵਾਜ਼, ਕੁਦਰਤ ਦੇ ਵਿੱਚ ਸਾਨੂੰ ਸੁਣ ਰਹੀ ਸਾਰੀ ਆਵਾਜ਼ਾਂ, ਇਹ ਕੋਈ ਨਾ ਕੋਈ ਦੋ ਚੀਜ਼ਾਂ ਦੇ ਟਕਰਾਅ ਤੋਂ ਪੈਦਾ ਹੋ ਰਹੀ ਥਰਥਰਾਹਟ, ਕੰਪਨ ਤੋਂ ਹੀ ਸਾਡੇ ਤੱਕ ਪਹੁੰਚਦੀਆਂ ਹਨ। ਤੇ ਆਵਾਜ਼ ਜਿਹੜੀ ਹੈ ਇੱਕ ਕਿਸਮ ਦੀ ਵਾਈਬ੍ਰੇਸ਼ਨ ਹੀ ਹੈ, ਤੋਂ ਇਹ ਟਕਰਾਅ ਵਿੱਚੋਂ ਪੈਦਾ ਹੁੰਦੀ ਹੈ। ਤੋਂ ਅਨਹਤਾ ਦਾ ਮਤਲਬ ਹੈ ਕਿ ਉਹ ਜੋ ਬਿਨਾਂ ਕਿਸੇ ਚੀਜ਼ ਦੇ ਨਾਲ ਟਕਰਾਇਆ, ਦੋ ਚੀਜ਼ਾਂ ਦੇ ਟਕਰਾਏ ਤੋਂ ਪੈਦਾ ਹੋਣ ਵਾਲੀ ਆਵਾਜ਼। ਕਿਉਂਕਿ ਜਿਹੜੀ ਆਵਾਜ਼ ਪੈਦਾ ਹੁੰਦੀ ਹੈ ਦੋ ਚੀਜ਼ਾਂ ਨੂੰ ਟਕਰਾਉਣ ਤੇ, ਉਹ ਥੋੜਾ ਜਿਹਾ ਸਮਾਂ ਪਾ ਕੇ ਹੌਲੀ ਹੌਲੀ ਹੁੰਦੀ ਹੁੰਦੀ ਖਤਮ ਵੀ ਹੋ ਜਾਂਦੀ ਹੈ। ਤੋਂ ਇਸ ਦਾ ਅਰਥ ਹੈ ਕਿ ਉਹ ਆਵਾਜ਼ ਜਿਹੜੀ ਟਕਰਾਉਣ ਤੋਂ ਇੱਕਦਮ ਸ਼ੁਰੂ ਨਹੀਂ ਹੁੰਦੀ ਤੇ ਫਿਰ ਉਸ ਤੋਂ ਪਿੱਛੋਂ ਹੌਲੀ ਹੌਲੀ ਖਤਮ ਨਹੀਂ ਹੁੰਦੀ। ਤੋਂ ਅਨਹਦ ਦਾ ਇੱਕ ਸ਼ਬਦ ਇਹ ਵੀ ਹੈ ਕਿ ਉਹ ਆਵਾਜ਼ ਜੋ ਲਗਾਤਾਰ ਇੱਕ ਰਸ ਹਰ ਵੇਲੇ ਆਵਾਜ਼ ਜਿਹੜੀ ਹੈ ਉਹ ਪੈਦਾ ਹੁੰਦੀ ਰਹੇ। ਤਾਂ ਅਨਹਤਾ ਸ਼ਬਦ ਦਾ ਅਰਥ ਹੈ ਉਹ ਆਵਾਜ਼ ਜੋ ਇੱਕ ਰਸ ਵਰਤ ਰਹੀ ਹੋਵੇ, ਇੱਕ ਰਸ ਚੱਲ ਰਹੀ ਹੋਵੇ। ਤਾਂ ਇੱਥੇ ਇਸ ਦਾ ਅਰਥ ਹੈ ਉਹ ਜੀਵਨ ਰੌ ਜਿਹੜੀ ਮਨੁੱਖਾਂ ਦੇ ਵਿੱਚ, ਜੀਵਾਂ ਦੇ ਵਿੱਚ, ਬਨਸਪਤੀ ਵਿੱਚ, ਪੂਰੀ ਕੁਦਰਤ ਕਾਇਨਾਤ ਦੇ ਵਿੱਚ ਜਿਹੜੀ ਅਕਾਲ ਪੁਰਖ ਦੀ ਜਿਹੜੀ ਜੀਵਨ ਰੌ ਦਿੱਤੀ ਹੋਈ ਹੈ, ਉਹ ਵਰਤ ਰਹੀ ਹੈ, ਚੱਲ ਰਹੀ ਹੈ। ਇੱਥੇ ਉਹਦੇ ਵੱਲ ਸਤਿਗੁਰਾਂ ਨੇ ਇਸ਼ਾਰਾ ਕੀਤਾ ਹੈ। ਵਾਜੰਤ ਭੇਰੀ, ਭੇਰੀ ਦਾ ਅਰਥ ਹੈ ਨਗਾਰੇ ਜਾਂ ਢੋਲ ਜਾਂ ਇਸ ਕਿਸਮ ਦੇ ਜੰਤਰ ਜੋ ਵਜਾਏ ਜਾਂਦੇ ਹਨ ਅਜਿਹੇ ਰਿਲੀਜੀਅਸ ਰਿਚੁਅਲਸ ਦੇ ਵੇਲੇ। ਤਾਂ ਉਹਨਾਂ ਦੇ ਨਾਲ ਇਸ ਆਵਾਜ਼ ਨੂੰ ਸਤਿਗੁਰਾਂ ਨੇ ਕੰਪੇਅਰ ਕੀਤਾ ਹੈ। ਸਤਿਗੁਰੂ ਕਹਿੰਦੇ ਹਨ ਕਿ ਕੈਸੀ ਆਰਤੀ ਹੋਏ, ਭਾਵ ਤੇਰੀ ਆਰਤੀ ਕੈਸੀ ਹੋ ਰਹੀ ਹੈ। ਕੈਸੀ ਇਹ ਸਵਾਲ ਨਹੀਂ ਹੈ, ਇਹ ਸਤਿਗੁਰੂ ਜੀ ਇੱਕ ਅਸਚਰਜਤਾ, ਵਿਸਮਾਦ, ਆਨੰਦ ਦੇ ਵਿੱਚ ਕਹੀ ਹੋਈ ਗੱਲ ਹੈ ਕਿ ਕੈਸੀ ਆਰਤੀ ਹੋਏ। ਵਾਹ, ਕਮਾਲ ਹੈ, ਕੈਸੀ ਸੁੰਦਰ, ਕੈਸੀ ਪਿਆਰੀ, ਕੈਸੀ ਚੰਗੀ ਆਰਤੀ, ਕੈਸੀ ਆਨੰਦਦਾਇਕ ਆਰਤੀ ਹੋ ਰਹੀ ਹੈ। ਭਾਵ ਤੇਰੇ ਪ੍ਰਤੀ ਅਸੀਂ ਜੋ ਸ਼ਰਧਾ, ਪੂਜਾ, ਪ੍ਰੇਮ, ਜੋ ਵੀ ਅਸੀਂ ਅਕਾਲ ਪੁਰਖ ਦੇ ਵਾਸਤੇ ਪ੍ਰਗਟ ਕਰਨਾ ਹੁੰਦਾ ਹੈ, ਜਿਹਦੇ ਵਾਸਤੇ ਕਿਹਾ ਜਾਂਦਾ ਹੈ ਕਿ ਜਿਸ ਨੂੰ ਪ੍ਰਗਟ ਕਰਨ ਦੇ ਲਈ ਆਰਤੀ ਕੀਤੀ ਜਾਂਦੀ ਹੈ, ਉਹਦਾ ਜ਼ਿਕਰ ਕਰਦੇ ਹਨ ਕਿ ਸਤਿਗੁਰੂ ਕਹਿ ਰਹੇ ਹਨ ਕਿ ਵਾਹ ਕਮਾਲ, ਤੇਰੀ ਕੈਸੀ ਆਰਤੀ ਹੋ ਰਹੀ ਹੈ, ਕਿਆ ਆਨੰਦਦਾਇਕ ਆਰਤੀ ਹੋ ਰਹੀ ਹੈ, ਕਿਆ ਵਿਸਮਾਦੀ ਆਰਤੀ ਹੋ ਰਹੀ ਹੈ, ਕਮਾਲ ਹੈ। ਭਾਵ ਖੰਡਨਾ ਤੇਰੀ ਆਰਤੀ। ਪਰ ਇਹ ਆਰਤੀ ਕਿਸੇ ਮੂਰਤੀ ਦੀ ਜਾਂ ਕਿਸੇ ਦੇਵੀ ਦੇਵਤੇ ਦੀ ਜਾਂ ਕਿਸੇ ਵਿਅਕਤੀ ਦੀ ਨਹੀਂ ਹੋ ਰਹੀ, ਕਿਉਂਕਿ ਸਨਾਤਨ ਧਰਮ ਵਿੱਚ ਜਿਹੜੀ ਆਰਤੀ ਹੈ ਇਹਨੂੰ ਸਤਿਕਾਰ ਦਾ ਵੀ ਇੱਕ ਢੰਗ ਮੰਨਿਆ ਗਿਆ ਹੈ। ਜਦੋਂ ਕਿਸੇ ਅਤਿਥੀ ਦਾ ਸਤਿਕਾਰ ਕਰਨਾ ਹੁੰਦਾ ਤੇ ਉਹ ਆਰਤੀ ਕਰਦੇ ਹਨ। ਤਾਂ ਮਤਲਬ ਸਤਿਗੁਰੂ ਕਹਿ ਰਹੇ ਕਿਸੇ ਹੋਰ ਦੀ ਆਰਤੀ ਨਹੀਂ ਹੋ ਰਹੀ ਹੈ। ਇਹ ਆਰਤੀ ਕਿਸ ਦੀ ਹੋ ਰਹੀ ਹੈ? ਭਾਵ ਖੰਡਨਾ, ਜਨਮ ਮਰਨ ਕੱਟਣ ਵਾਲੇ। ਭਾਵ हे ਪ੍ਰਭੂ, हे ਅਕਾਲ ਪੁਰਖ, हे ਵਾਹਿਗੁਰੂ, ਇਹ ਤੇਰੀ ਆਰਤੀ ਹੋ ਰਹੀ ਹੈ ਤੇ ਕੈਸੀ ਸੁੰਦਰ ਆਰਤੀ ਹੋ ਰਹੀ ਹੈ। ਕੈਸੀ ਆਰਤੀ ਹੋਏ, ਵਾਹ ਕਮਾਲ ਹੈ, ਕਿਤਨੀ ਸੁੰਦਰ ਆਰਤੀ ਹੈ, ਕਿਤਨੀ ਵਿਸਮਾਦੀ ਆਰਤੀ ਹੈ, ਜਿਸ ਨੂੰ ਦੇਖ ਕੇ ਮਨ ਵਿਸਮਾਦ ਵਿੱਚ ਆ ਜਾਵੇ, ਸਦੀਵੀ ਆਨੰਦ ਵਿੱਚ ਆ ਜਾਵੇ। ਅਨਹਤਾ ਸ਼ਬਦ ਵਾਜੰਤ ਭੇਰੀ। ਅਨਹਤਾ ਸ਼ਬਦ ਜਿਵੇਂ ਆਪਾਂ ਅਰਥ ਕੀਤੇ ਹਨ ਕਿ ਉਹ ਲਗਾਤਾਰ ਰੌ,
ਉਹ ਲਗਾਤਾਰ ਥਰਥਰਾਹਟ, ਕੰਪਨ, ਜੀਵਨ ਦੀ ਰੌ ਜੋ ਇਸ ਸ੍ਰਿਸ਼ਟੀ ਦੇ ਵਿੱਚ ਅਕਾਲ ਪੁਰਖ ਆਪ ਬਣ ਕੇ ਵਿਚਰ ਰਿਹਾ ਹੈ, ਵਰਤ ਰਿਹਾ ਹੈ, ਉਹ ਜਿਹੜੀ ਰੌ ਹੈ, ਉਹ ਅਕਾਲ ਪੁਰਖ ਦੀ ਰੌ ਅਨਹਤਾ ਸ਼ਬਦ ਨੂੰ ਸਤਿਗੁਰਾਂ ਨੇ ਕੀ ਕਿਹਾ? ਵਜੰਤ ਭੇਰੀ। ਜਿਵੇਂ ਜਿਹੜੀ ਆਰਤੀ ਹੋ ਰਹੀ ਹੈ ਤੇਰੀ, ਉਸ ਦੇ ਵਿੱਚ ਜਿਵੇਂ ਨਗਾੜੇ ਦੁਨਿਆਵੀ ਆਰਤੀਆਂ ਦੇ ਵਿੱਚ ਵਜਾਏ ਜਾਂਦੇ ਹਨ, ਢੋਲ ਵਜਾਏ ਜਾਂਦੇ ਹਨ, ਇਹ ਰੌ ਜੇ ਅਸੀਂ ਸੁਣਨੀ ਸ਼ੁਰੂ ਕਰ ਦਈਏ ਤਾਂ ਇਉਂ ਲੱਗੇਗਾ ਕਿ ਲੱਖਾਂ ਨਗਾਰੇ, ਲੱਖਾਂ, ਕਿਉਂਕਿ ਜੀਵਨ ਦੀ ਰੌ ਜਿਹੜੀ ਹੈ ਇਹ ਤਾਂ ਹਰ ਵਸਤੂ ਵਿੱਚ ਵਰਤ ਰਹੀ ਹੈ, ਹਰ ਮਨੁੱਖ ਵਿੱਚ ਵਰਤ ਰਹੀ ਹੈ, ਹਰ ਜੀਵ ਵਿੱਚ, ਹਰ ਬਨਸਪਤੀ, ਹਰ ਪੌਦੇ, ਹਰ ਇੱਕ ਵਿੱਚ ਵਰਤ ਰਹੀ ਹੈ, ਜੀਵ ਨਿਰਜੀਵ ਹਰ ਵਸਤੂ ਵਿੱਚ ਵਰਤ ਰਹੀ ਹੈ। ਤੋ ਸਤਿਗੁਰੂ ਜੀ ਕਹਿੰਦੇ ਹਨ ਕਿ ਇਹ ਜਗਤ ਦੇ ਵਿੱਚ ਜਿਹੜੀ ਜੀਵਨ ਰੌ ਚੱਲ ਰਹੀ ਹੈ, ਇਹੀ ਅਸਲ ਆਰਤੀ ਹੈ। ਕਿਉਂਕਿ ਸਤਿਗੁਰੂ ਕਹਿ ਰਹੇ ਹਨ ਭਾਵ ਖੰਡਨਾ ਤੇਰੀ ਆਰਤੀ, ਤੇ ਜਿਹੜੀ ਲਾਸਟ ਪੰਕਤੀ ਹੈ ਅਨਹਤਾ ਸ਼ਬਦ ਵਾਜੰਤ ਭੇਰੀ, ਇਹ ਸਤਿਗੁਰਾਂ ਨੇ ਸਾਨੂੰ ਸਮਝਾਇਆ ਕਿ ਆਰਤੀ ਅਸਲ ਦੇ ਵਿੱਚ ਹੈ ਕੀ। ਅਸੀਂ ਅਗਰ ਅਕਾਲ ਪੁਰਖ ਦੇ ਨਾਲ ਪ੍ਰੇਮ ਕਰਨਾ ਹੈ ਤੇ ਸਾਨੂੰ ਇਸ ਆਰਤੀ ਨਾਲ ਜੁੜਨਾ ਪਏਗਾ ਜਿਹੜੀ ਹਰ ਜੀਵ ਦੇ ਅੰਦਰ ਅਕਾਲ ਪੁਰਖ ਦੀ ਰੌ ਚੱਲ ਰਹੀ ਹੈ। ਅਕਾਲ ਪੁਰਖ ਦੀ ਜੀਵਨ ਰੌ ਜੋ ਹਰ ਜੀਵ ਨਿਰਜੀਵ ਵਸਤੂ ਦੇ ਵਿੱਚ, ਪੂਰੀ ਸ੍ਰਿਸ਼ਟੀ, ਕਾਇਨਾਤ, ਬ੍ਰਹਿਮੰਡ ਦੇ ਵਿੱਚ ਚੱਲ ਰਹੀ ਹੈ, ਉਹਦੇ 'ਚ ਵਰਤ ਰਹੀ ਹੈ, ਇਹ ਅਸਲ ਆਰਤੀ ਹੈ, ਸਤਿਗੁਰੂ ਜੀ ਕਹਿ ਰਹੇ ਹਨ। ਹੁਣ ਇਹ ਸਤਿਗੁਰੂ ਜੀ ਕਹਿ ਰਹੇ ਹਨ ਕਿ ਇਹ ਕੁਦਰਤ ਵਿੱਚ ਉਸ ਪ੍ਰਭੂ ਦੇ ਪ੍ਰਤੀ ਹੋ ਰਹੀ ਆਰਤੀ ਹੈ। ਇਹ ਜਿਸ ਦੀ ਸਤਿਗੁਰਾਂ ਨੇ ਡਿਫਾਈਨ ਕੀਤਾ ਹੈ ਅਨਹਤਾ ਸ਼ਬਦ ਵਾਜੰਤ ਭੇਦ, ਕਿਉਂਕਿ ਉਹ ਆਪਣਾ ਸਤਿਕਾਰ, ਪ੍ਰੇਮ, ਸ਼ਰਧਾ ਆਦਿ ਦਾ ਪ੍ਰਗਟਾਵਾ ਕਰਨਾ ਕਹਿੰਦੇ ਹਨ ਕਿ ਅਸੀਂ ਆਰਤੀ ਦੇ ਰਾਹੀਂ ਕਰ ਰਹੇ ਹਾਂ। ਤੇ ਕੁਦਰਤ ਦੇ ਵਿੱਚ ਜਿਹੜੀ ਐਸੀ ਪ੍ਰੇਮ ਭਰੀ ਆਰਤੀ ਜਿਹੜੀ ਸਦਾ ਹੀ ਹੋ ਰਹੀ ਹੈ, ਅਨਹਤਾ ਭਾਵ ਜਿਹੜੀ ਸਦਾ ਇੱਕ ਰਸ ਵਰਤਣ ਵਾਲੀ ਜਿਹੜੀ ਰੌ ਹੈ। ਤੋ ਸਤਿਗੁਰੂ ਕਹਿੰਦੇ ਹਨ ਕਿ ਜਿਹੜੀ ਕਿਸੇ ਖਾਸ ਸਮੇਂ ਤੇ, ਕਿਸੇ ਖਾਸ ਸਥਾਨ ਤੇ ਨਹੀਂ ਹੁੰਦੀ, ਜਿਵੇਂ ਬਾਕੀ ਆਰਤੀਆਂ ਲੋਕੀ ਕਰਦੇ ਹਨ, ਅਸੀਂ ਉਸ ਆਰਤੀ ਨਾਲ ਜੁੜਨਾ ਹੈ ਜਿਹੜੀ ਕਿਸੇ ਖਾਸ ਸਥਾਨ ਤੇ ਨਹੀਂ, ਸਗੋਂ ਹਰ ਥਾਂ ਤੇ, ਹਰ ਸਮੇਂ ਤੇ ਹੋ ਰਹੀ ਹੈ, ਜਿਹੜੀ ਕਿਸੇ ਪੁਜਾਰੀ ਜਾਂ ਕਿਸੇ ਖਾਸ ਵਿਅਕਤੀ ਵੱਲੋਂ ਨਹੀਂ ਕੀਤੀ ਜਾਂਦੀ, ਜਿਹੜੀ ਹਰ ਜੀਵ, ਮਨੁੱਖ, ਪਸ਼ੂ, ਪੰਛੀ, ਬਨਸਪਤੀ ਸਾਰੇ ਕਰ ਰਹੇ ਹਨ ਉਸ ਪ੍ਰਭੂ ਦੀ, ਕਿਉਂਕਿ ਉਹਨਾਂ ਦੇ ਅੰਦਰ ਉਹ ਜੀਵਨ ਦੀ ਰੌ ਉਹ ਚੱਲ ਰਹੀ ਹੈ, ਉਹ ਆਵਾਜ਼ ਚੱਲ ਰਹੀ ਹੈ, ਥਰਥਰਾਹਟ ਚੱਲ ਰਹੀ ਹੈ, ਉਹ ਕੰਪਨ ਚੱਲ ਰਹੀ ਹੈ, ਜਿਹੜੀ ਸਾਨੂੰ ਜੀਵਨ ਦੇ ਰਹੀ ਹੈ। ਤੇ ਸਤਿਗੁਰੂ ਕਹਿੰਦੇ ਹਨ ਕਿੰਨੀ ਅਚਰਜ ਹੈ, ਕੈਸੀ ਆਰਤੀ ਹੋਵੇ, ਕਿੰਨੀ ਸੁੰਦਰ ਆਰਤੀ ਹੈ। ਸਤਿਗੁਰੂ ਕਹਿੰਦੇ ਨੇ ਕੈਸੀ ਆਰਤੀ ਹੋਏ, ਕਿੰਨੇ ਵਿਸਵਾਦ ਵਾਲੀ ਹੈ, ਕਿੰਨੀ ਬੇਅੰਤ ਤੇ ਅਨੰਤ ਆਰਤੀ ਹੈ। ਸਤਿਗੁਰੂ ਜਿਵੇਂ ਵਿਸਮਾਦ ਵਿੱਚ ਆ ਕੇ ਕਹਿ ਰਹੇ ਹਨ ਕੈਸੀ ਆਰਤੀ ਹੋਏ, ਕਮਾਲ ਹੈ, ਕਿੰਨੀ ਬੇਅੰਤ ਆਰਤੀ ਹੋ ਰਹੀ ਹੈ, ਕਿੰਨੀ ਅਨੰਤ ਆਰਤੀ ਹੋ ਰਹੀ ਹੈ। ਹੇ ਭਵ ਖੰਡਨ, ਹੇ ਜਨਮ ਮਰਨ ਦਾ ਦੁੱਖ ਕੱਟਣ ਵਾਲੇ, ਜੂਨੀਆਂ ਵਿੱਚ ਪੈਣ ਦਾ ਦੁੱਖ ਕੱਟਣ ਵਾਲੇ, ਉਹ ਪ੍ਰਭੂ ਜਿਸ ਤੋਂ ਸਾਨੂੰ ਕਈ ਜਨਮਾਂ ਦੇ ਵਿਛੜੇ ਹੋਣ ਦਾ ਦੁੱਖ ਹੈ, ਬਹੁਤ ਜਨਮਾਂ ਦੇ ਵਿਛੜੇ ਹੋਣ ਦੇ ਦੁੱਖ ਨੂੰ ਕੱਟਣ ਵਾਲੇ ਪ੍ਰਭੂ, ਤੇਰੀ ਕੈਸੀ ਅਦਭੁਤ ਆਰਤੀ ਹੋ ਰਹੀ ਹੈ, ਕੈਸੀ ਆਨੰਦਦਾਇਕ ਆਰਤੀ ਹੋ ਰਹੀ ਹੈ, ਕੈਸੀ ਵਿਸ਼ਾਲ ਬੇਅੰਤ ਅਨੰਤ ਆਰਤੀ ਹੋ ਰਹੀ ਹੈ। ਤਾਂ ਅਸੀਂ ਦੇਖ ਸਕਦੇ ਹਾਂ ਸਹਿਜੇ ਹੀ ਕਿ ਸਤਿਗੁਰੂ ਜੀ ਜਦੋਂ ਆਰਤੀ ਦੀ ਗੱਲ ਕਰ ਰਹੇ ਹਨ, ਜਦੋਂ ਸਤਿਗੁਰਾਂ ਨੇ ਪਹਿਲੀਆਂ ਦੋ ਪੰਕਤੀਆਂ ਉਚਾਰੀਆਂ ਹਨ, ਕੈਸੀ ਆਰਤੀ ਹੋਏ, ਭਾਵ ਖੰਡਨਾ ਤੇਰੀ ਆਰਤੀ, ਉਹ ਕਿਸੇ ਵਿਸਮਾਦੀ ਅਵਸਥਾ ਦੇ ਵਿੱਚ ਉਚਾਰੀਆਂ, ਔਰ ਉਹ ਵਿਸਮਾਦੀ ਅਵਸਥਾ ਜਿਹੜੀ ਹੈ ਉਹ ਉਸ ਆਵਾਜ਼ ਨੂੰ, ਉਸ ਜੀਵਨ ਰੌ ਦੇ ਦਰਸ਼ਨ ਕਰਕੇ, ਉਹਨੂੰ ਸੁਣ ਕੇ ਹੀ ਵਿਸਮਾਦੀ ਅਵਸਥਾ ਆ ਸਕਦੀ ਹੈ। ਇਹ ਆਮ ਦੁਨੀਆਵਾਂ, ਦੁਨਿਆਵੀ ਆਵਾਜ਼ਾਂ, ਘੰਟੀਆਂ, ਢੋਲ, ਨਗਾਰੇ, ਇਹਨਾਂ ਨਾਲ ਨਹੀਂ ਆ ਸਕਦੀ। ਇਹ ਆਮ ਸੰਗੀਤ, ਗੂੰਜ, ਸੁਰ, ਤਾਲ, ਕੁਝ ਵੀ ਆਪਾਂ ਕਹਿ ਲਈਏ, ਇਹਨਾਂ ਚੀਜ਼ਾਂ ਦੇ ਨਾਲ ਉਹ ਵਿਸਮਾਦੀ ਅਵਸਥਾ ਨਹੀਂ ਆਉਂਦੀ। ਉਹ ਵਿਸਮਾਦੀ ਅਵਸਥਾ ਉਦੋਂ ਆਉਂਦੀ ਹੈ ਜਦੋਂ ਉਹ ਆਵਾਜ਼ ਸਾਨੂੰ ਜੀਵਨ ਰੌ ਦੀ ਸਾਡੇ ਜੀਵਨ ਦੇ ਵਿੱਚ ਸਮਾ ਜਾਂਦੀ ਹੈ, ਸਾਡਾ ਉਹਦੇ ਨਾਲ ਰਿਸ਼ਤਾ ਨਾਤਾ ਬਣ ਜਾਂਦਾ ਹੈ, ਸਾਨੂੰ ਉਹ ਹਰ ਵੇਲੇ ਸਾਡੇ ਅੰਦਰ ਗੂੰਜਦੀ ਹੈ, ਸਾਨੂੰ ਸੁਣਦੀ ਹੈ। ਕਿਹੜੀ ਆਵਾਜ਼? ਸਤਿਗੁਰੂ ਕਹਿ ਰਹੇ ਹਨ ਅਨਹਤਾ ਸ਼ਬਦ, ਜੋ ਪ੍ਰਭੂ ਦੀ ਰੌ, ਜਿਹੜੀ ਜੀਵਨ ਰੌ ਸਾਡੇ ਤੇ ਸਮੁੱਚੇ ਜੀਵਾਂ ਦੇ ਅੰਦਰ ਵਰਤ ਰਹੀ। ਤਾਂ ਜਿਵੇਂ ਆਪਾਂ ਗੱਲ ਕੀਤੀ ਹੈ ਕਿ ਜੀਵਨ ਦੀ ਸ਼ਕਤੀ ਜਿਹੜੀ ਹੈ
ਉਹ ਅਨਹਤ ਹੈ। ਅਨਹਤ ਦਾ ਅਰਥ ਹੈ ਜੋ ਦੋ ਚੀਜ਼ਾਂ ਦੇ ਟਕਰਾਉਣ ਤੋਂ ਪੈਦਾ ਨਾ ਹੋ। ਤੋ ਅਨਹਤ ਦਾ ਅਰਥ ਇਹ ਹੋ ਗਿਆ ਕਿ ਉਹ ਜੀਵਨ ਦੀ ਰੌ, ਉਹ ਜੀਵਨ ਦੀ ਥਰਕਨ, ਉਹ ਜੀਵਨ ਆਪਾਂ ਕਹੀਏ, ਉਹ ਜੋ ਕਿਸੇ ਦੁਨਿਆਵੀ ਹਰਕਤ ਤੋਂ ਪੈਦਾ ਨਹੀਂ ਹੋਈ, ਉਹ ਅਨੰਤ ਬੇਅੰਤ ਪ੍ਰਭੂ ਦੀ ਕਿਰਪਾ ਦੇ ਨਾਲ ਉਸ ਤੋਂ ਪੈਦਾ ਹੋਈ ਹੈ। ਇਹ ਜੀਵਨ ਦੀ ਥਰਕਨ ਜਿਹੜੀ ਹੈ, ਜੀਵਨ ਦੀ ਰੌ ਹੈ, ਇਹ ਕਿਸੇ ਦੁਨਿਆਵੀ ਪ੍ਰੋਸੈਸ ਵਰਗੀ ਨਹੀਂ ਹੈ। ਇਹ ਅਨਹਦ ਸ਼ਬਦ ਹੈ। ਉਹ ਸ਼ਬਦ ਨਾਦ ਜਿਸ ਨੂੰ ਜਨਮ ਦੇਣ ਵਾਲੇ ਭਵਖੰਡਨ ਵਾਂਗ ਹੀ ਇਹ ਸ਼ਬਦ, ਇਹ ਜੋ ਰੌ ਹੈ, ਇਹ ਵੀ ਦੁਨਿਆਵੀ ਨਹੀਂ ਹੈ। ਇਹ ਅਕਾਲੀ ਰੌ ਹੈ। ਇਹ ਉਸ ਪ੍ਰਭੂ ਤੋਂ ਪੈਦਾ ਹੋਈ ਹੈ। ਇਸੇ ਕਰਕੇ ਸਤਿਗੁਰਾਂ ਨੇ ਇਹਨੂੰ ਅਨਹਦ ਸ਼ਬਦ ਦਾ ਨਾਮ ਦਿੱਤਾ ਹੈ। ਇਹ ਦੁਨਿਆਵੀ ਪੱਧਰ ਦੀ ਸੂਝ-ਬੂਝ ਨਾਲ ਅਸੀਂ ਨਹੀਂ ਸਮਝ ਸਕਦੇ। ਇਹ ਕੇਵਲ ਉਸ ਅਵਸਥਾ ਵਿੱਚ ਜਾਣ ਨਾਲ ਹੀ ਸਮਝੀ ਜਾ ਸਕਦੀ ਹੈ ਜਿਸ ਤੋਂ ਅਸੀਂ ਤਾਂ ਬਹੁਤ ਦੂਰ ਹਾਂ, ਪਰ ਜਿਸ ਅਵਸਥਾ ਵਿੱਚ ਪਹੁੰਚ ਕੇ ਸਤਿਗੁਰੂ ਨੇ ਉਚਾਰੀ ਹੈ, ਉਸ ਵਿਸਮਾਦ ਦੀ ਅਵਸਥਾ ਵਿੱਚ, ਕਿ ਕੈਸੀ ਆਰਤੀ ਹੋਏ ਭਾਵ ਖੰਡਨਾ ਤੇਰੀ ਆਰਤੀ। ਹੁਣ ਅਨਹਤ ਜਿਹੜਾ ਸਤਿਗੁਰਾਂ ਨੇ ਸ਼ਬਦ ਵਰਤਿਆ ਹੈ, ਇਹ ਜੋਗੀਆਂ ਵਿੱਚ ਵੀ ਇਹਦਾ ਜ਼ਿਕਰ ਆਮ ਕਰਕੇ ਕੀਤਾ ਜਾਂਦਾ ਹੈ। ਉਹਨਾਂ ਦੇ ਅਨੁਸਾਰ ਜਦੋਂ ਕੋਈ ਜੋਗੀ ਯੋਗ ਅਭਿਆਸ ਰਾਹੀਂ ਨਿਰਵਿਕਲਪ ਸਮਾਧੀ ਦੀ ਅਵਸਥਾ ਤੱਕ ਪਹੁੰਚਦਾ ਹੈ ਤਾਂ ਉਸ ਨੂੰ ਬੜੇ ਅਲੌਕਿਕ ਤਜਰਬੇ ਹੁੰਦੇ ਹਨ। ਉਹਨਾਂ ਵਿੱਚੋਂ ਇੱਕ ਅਨਹਦ ਨਾਦ ਵੀ ਹੈ, ਔਰ ਇਸ ਦੀ ਵਿਆਖਿਆ ਵੀ ਇਹ ਕੀਤੀ, ਉਹ ਵੀ ਇਹੀ ਕਰਦੇ ਹਨ ਕਿ ਦੋ ਵਸਤੂਆਂ ਦੇ ਟਕਰਾਅ ਤੋਂ ਪੈਦਾ ਹੋਣ ਵਾਲੀ ਆਵਾਜ਼ ਨਹੀਂ ਹੈ। ਇਸੇ ਕਰਕੇ ਉਹ ਵੀ ਇਹਨੂੰ ਅਨਹਤ ਹੀ ਕਹਿੰਦੇ ਹਨ, ਔਰ ਇਹਨੂੰ ਕਈ ਤਰ੍ਹਾਂ ਦੇ ਸਾਜ਼ਾਂ ਦੀਆਂ ਆਵਾਜ਼ਾਂ ਦੇ ਨਾਲ ਤੁਲਨਾ ਦਿੰਦੇ ਹਨ। ਕਈ ਕਹਿੰਦੇ ਹਨ ਇਹਦੇ ਚੋਂ 5 ਸਾਜ਼ਾਂ ਦੀ ਆਵਾਜ਼ ਵਰਗੀ ਇੱਕ ਅਤਮਧੁਰ ਆਵਾਜ਼ ਨਿਕਲਦੀ ਹੈ। ਪਰ ਗੁਰੂ ਨਾਨਕ ਦੇਵ ਜੀ ਜਦੋਂ ਅਨਹਦ ਨਾਦ ਦੀ, ਅਨਹਦ ਸ਼ਬਦ ਦੀ ਗੱਲ ਕਰ ਰਹੇ ਹਨ, ਤਾਂ ਉਹ ਇੱਥੇ ਕਿਸੇ ਖੁਸ਼ਕ ਜੋਗੀਆਂ ਵਾਲੀ ਸਮਾਧੀ ਦੀ ਗੱਲ ਨਹੀਂ ਕਰ ਰਹੇ। ਇੱਥੇ ਕਿਸੇ ਭੁਲੇਖੇ ਵਿੱਚ ਪੈਣ ਦੀ ਲੋੜ ਨਹੀਂ ਹੈ। ਇਸ ਪੂਰੇ ਸ਼ਬਦ ਦੇ ਵਿੱਚ ਉਹਨਾਂ ਚੀਜ਼ਾਂ ਦਾ ਜ਼ਿਕਰ ਨਹੀਂ ਹੈ ਜਦੋਂ ਅਨਹਦ ਨਾਦ ਦੀ ਸਤਿਗੁਰੂ ਜੀ ਗੱਲ ਕਰ ਰਹੇ। ਇਹ ਅਨਹਦ ਨਾਦ ਨੂੰ ਮਹਿਸੂਸ ਉਦੋਂ ਹੀ ਕੀਤਾ ਜਾ ਸਕਦਾ ਹੈ ਜਦੋਂ ਇਸ ਨੂੰ ਸੁਣਨ ਵਾਲਾ ਕੁਦਰਤ ਵਿੱਚ ਵਰਤ ਰਹੇ ਪ੍ਰਭੂ ਦੇ ਨਾਲ ਜੁੜ ਜਾਵੇ। ਹਰ ਜੀਵ ਵਿੱਚ ਪੈਦਾ ਹੋ ਰਹੀ ਇਲਾਹੀ ਥਰਕਨ ਨੂੰ ਸੁਣੇ, ਹਰ ਬਨਸਪਤੀ ਵਿੱਚ ਹੋ ਰਹੇ ਰੱਬੀ ਨਾਦ ਨੂੰ ਮਹਿਸੂਸ ਕਰੇ, ਜ਼ਰੇ ਜ਼ਰੇ ਚ ਵਰਤ ਰਹੇ ਰੱਬੀ ਸ਼ਬਦ ਦੇ ਨਾਲ ਜਦੋਂ ਮਨੁੱਖ ਇੱਕ ਸੁਰ ਹੋ ਜਾਂਦਾ ਹੈ, ਭਾਵ ਉਹਨੂੰ ਹਰ ਥਾਂ ਤੇ ਉਸ ਵਾਹਿਗੁਰੂ ਦੇ, ਪਰਮਾਤਮਾ ਦੇ, ਅਕਾਲ ਪੁਰਖ ਦੇ, ਕੋਈ ਵੀ ਨਾਂ ਆਪਾਂ ਲੈ ਲਈਏ, ਜਦੋਂ ਉਹਦੇ ਦਰਸ਼ਨ ਹੋਣੇ ਸ਼ੁਰੂ ਹੋ ਜਾਣ, ਉਹਦੀ ਹਾਜ਼ਰੀ ਮਹਿਸੂਸ ਹੋਣੀ ਸ਼ੁਰੂ ਹੋ ਜਾਏ, ਉਹ ਜੀਵਨ ਉਸ ਦੀ ਹਾਜ਼ਰੀ ਵਾਲਾ ਹਜ਼ੂਰੀ ਦਾ ਜੀਵਨ ਬਣ ਜਾਏ, ਤੇ ਫਿਰ ਇਹ ਜੋ ਅਨਹਦ ਨਾਦ ਦੀ ਗੱਲ ਸਤਿਗੁਰੂ ਕਹਿ ਰਹੇ ਹਨ, ਫਿਰ ਉਹ ਅਨਹਦ ਨਾਦ, ਅਨਹਤਾ ਸ਼ਬਦ ਵਾਜੰਤ ਭੇਰੀ ਬਣ ਜਾਏਗਾ। ਫਿਰ ਉਹ ਸਾਨੂੰ ਉਹਦੇ ਚੋਂ ਅਕਾਲ ਪੁਰਖ ਦੀ ਉਸਤਤ, ਉਹਦੇ ਨਾਦ, ਉਹਦੀਆਂ ਆਵਾਜ਼ਾਂ, ਉਹਦੇ ਯਸ਼ ਦੇ ਵਿੱਚ, ਉਹਦੀ ਉਸਤਤ ਦੇ ਵਿੱਚ ਕੀਤੇ ਜਾ ਰਹੇ ਜੋ ਤਰ੍ਹਾਂ ਤਰ੍ਹਾਂ ਦੇ ਨਾਦ ਹਨ, ਫਿਰ ਸਾਨੂੰ ਉਹਨਾਂ ਦੇ ਉਹ ਸਾਰੇ ਨਾਦ ਇਸ ਨਾਦ ਦੇ ਸਾਹਮਣੇ ਫਿੱਕੇ ਲੱਗਣਗੇ। ਫਿਰ ਉਹ ਵਜੰਤ ਭੇਰੀ ਭਾਵ ਇਹ ਅਨਹਦ ਸ਼ਬਦ ਜੋ ਹੈ, ਇਹ ਅਣਗਿਣਤ ਭੇਰੀਆਂ, ਅਣਗਿਣਤ ਨਗਾਰਿਆਂ ਵਾਲੀ ਜੋ ਅਸੀਂ ਕਹੀਏ ਕਿ ਉਸ ਪ੍ਰਤਾਪ ਦਾ ਬਣ ਜਾਂਦਾ। ਤੋ ਸਤਿਗੁਰੂ ਕਹਿ ਰਹੇ ਹਨ ਕਿ ਪੂਰੇ ਜਗਤ ਦੇ ਵਿੱਚ ਇਹ ਜੋ ਇੱਕ ਸੁਰ ਹੋ ਕੇ ਕੁਦਰਤ ਦੇ ਨਾਲ ਇੱਕ ਸੁਰ, ਜਿੱਥੇ ਅਕਾਲ ਪੁਰਖ ਵਰਤ ਰਿਹਾ ਹੈ, ਹਰ ਜੀਵ ਦੇ ਨਾਲ ਇੱਕ ਸੁਰ ਹੋ ਕੇ ਜੋ ਸੁਣਿਆ ਅਨਹਦ ਸ਼ਬਦ ਹੈ, ਇਹ ਅਨਹਦ ਸ਼ਬਦ ਹੀ ਉਹਦੇ ਪ੍ਰੇਮ ਦੇ ਵਿੱਚ ਵੱਜ ਰਹੇ ਨਾਦ ਭੇਰੀਆਂ ਹਨ। ਉਹ ਨਹੀਂ ਜੋ ਅਸੀਂ ਆਪਣੇ ਮਨ ਦੀ ਤਸੱਲੀ ਦੇਣ ਲਈ ਵਜਾ ਕੇ ਤੇ ਅਸੀਂ ਸਮਝ ਬੈਠਦੇ ਹਾਂ ਕਿ ਨਗਾਰੇ, ਭੇਰੀਆਂ ਤੇ ਹੋਰ ਕੀ ਕੁਛ ਆਪਾਂ ਵਜਾ ਕੇ ਸਮਝਦੇ ਹਾਂ ਕਿ ਸ਼ਾਇਦ ਅਸੀਂ ਇਹਦੇ ਨਾਲ ਆਪਣੇ ਅਕਾਲ ਪੁਰਖ ਦੀ, ਵਾਹਿਗੁਰੂ ਦੀ, ਉਸ ਦੀ ਅਸੀਂ ਕਿਤੇ ਉਸਤਤੀ ਕਰ ਦਿੱਤੀ ਹੈ ਜਾਂ ਅਸੀਂ ਉਸ ਦੀ ਸ਼ੋਭਾ ਵਧਾ ਦਿੱਤੀ। ਤੋ ਇਹ ਕੇਵਲ ਉਦੋਂ ਹੀ ਮਹਿਸੂਸ ਕੀਤੀ ਜਾ ਸਕਦੀ ਹੈ ਜਦੋਂ ਇਨਸਾਨ ਉਸ ਅਵਸਥਾ ਤੱਕ ਪਹੁੰਚ ਜਾਏ ਜਿੱਥੇ ਉਹ ਪੁਕਾਰ ਉੱਠੇ, ਕੈਸੀ ਆਰਤੀ ਹੋਏ ਭਵ ਖੰਡਨਾ ਤੇਰੀ ਆਰਤੀ। ਅੱਗੇ ਸਤਿਗੁਰੂ ਹੁਣ ਇਹਦੀ ਹੋਰ ਵਿਆਖਿਆ ਕਰਦੇ ਕਹਿੰਦੇ ਹਨ ਕਿ ਗਗਨ ਮੈਂ ਥਾਲ ਰਵ ਚੰਦ ਦੀਪਕ ਬਣੇ। ਗਗਨ ਮੈਂ ਜਿਹੜਾ ਸ਼ਬਦ ਹੈ ਉਹ ਵੈਸੇ ਤਾਂ ਅਸੀਂ ਵਿੱਚ ਦੇ ਅਰਥਾਂ ਵਿੱਚ ਵਰਤਦੇ ਹਾਂ, ਪਰ ਇਹਨੂੰ ਮੈਂ ਦਾ ਦੂਜਾ ਅਰਥ ਜੋ ਗੁਰਬਾਣੀ ਦੇ ਵਿੱਚ ਵਰਤਿਆ ਗਿਆ ਹੈ, ਇਹ ਗਗਨਮਈ ਥਾਲ ਅਸੀਂ ਇਹਦੇ ਅਰਥ ਕਰਾਂਗੇ। ਜਿਵੇਂ ਅਸੀਂ ਬਹੁਤ ਵਾਰੀ ਗੁਰਬਾਣੀ ਦੇ ਵਿੱਚ ਅਕਾਲ ਪੁਰਖ ਦਾ ਜ਼ਿਕਰ ਕਰਦੇ ਹਾਂ, ਪੜ੍ਹਦੇ ਹਾਂ
ਕਿ ਅਕਾਲ ਪੁਰਖ ਨੂੰ ਕਿਰਪਾ ਦਾ ਖਜ਼ਾਨਾ ਕਰੁਣਾ ਮੈਂ ਕਿਹਾ ਗਿਆ ਹੈ, ਉਹ ਵੀ ਮੈਂ ਜਿਹੜਾ ਹੈ ਕਰੁਣਾਮਈ ਭਾਵ ਕਰੁਣਾ ਦਾ ਖਜ਼ਾਨਾ, ਕਰੁਣਾ ਦਾ ਰੂਪ, ਉਹ ਇਸੇ ਤਰ੍ਹਾਂ ਹੀ ਲਿਖਿਆ ਜਾਂਦਾ ਹੈ। ਇੱਥੇ ਵੀ ਉਸਦੇ ਉਹੀ ਅਰਥ ਹਨ। ਗਗਨ ਮੈਂ ਭਾਵ ਗਗਨਮਈ ਥਾਲ, ਗਗਨ ਰੂਪ, ਆਕਾਸ਼ ਰੂਪ ਥਾਲ ਕਹਿ ਲਈਏ ਜਾਂ ਥਾਲ ਰੂਪ ਆਕਾਸ਼ ਕਹਿ ਲਈਏ, ਕਿਸੇ ਤਰ੍ਹਾਂ ਸਮਝ ਲਈਏ। ਗਗਨ ਮੈਂ ਥਾਲ, ਰਵ ਭਾਵ ਸੂਰਜ, ਚੰਦ, ਦੀਪਕ ਜੋ ਅਸੀਂ ਦੀਵੇ ਜਲਾਉਂਦੇ ਆ, ਤਾਰਕਾ ਮੰਡਲ, ਜਨਕ, ਜਨਕ ਭਾਵ ਜਾਣ ਲਓ, ਮੋਤੀ ਹਨ। ਅਗਲੀ ਪੰਕਤੀ ਸਤਿਗੁਰੂ ਕਹਿੰਦੇ ਹਨ ਕਿ ਧੂਪ ਮਲ ਆਨ ਲੋ। ਮਲਿਆਲੋ ਜੋ ਸ਼ਬਦ ਹੈ ਉਹ ਸਾਨੂੰ ਦੱਸਿਆ ਜਾਂਦਾ ਹੈ ਕਿ ਦੱਖਣ ਦੇ ਵਿੱਚ ਕੋਈ ਪਰਬਤ ਹੈ ਜਿਸ ਨੂੰ ਮੱਲਿਆ ਪਰਬਤ ਕਿਹਾ ਜਾਂਦਾ ਹੈ, ਜਿਹਦੇ ਤੇ ਚੰਦਨ ਦੇ ਜੰਗਲ ਹੁੰਦੇ ਹਨ, ਚੰਦਨ ਬਹੁਤ ਉਗਦਾ ਹੈ। ਤੇ ਚੰਦਨ ਦੇ ਵਿੱਚੋਂ ਜਦੋਂ ਹਵਾ ਲੰਘਦੀ ਹੈ ਸੁਗੰਧਿਤ ਹੋ ਜਾਂਦੀ ਹੈ, ਤਾਂ ਜਦੋਂ ਮੱਲਿਆ ਪਰਬਤ ਵੱਲੋਂ ਆ ਰਹੀ ਹਵਾ ਹੁੰਦੀ ਹੈ ਉਹ ਸੁਗੰਧੀ ਵਾਲੀ ਹੁੰਦੀ ਹੈ। ਤਾਂ ਉਹ ਮਲਿਆਲੋ ਭਾਵ ਕਿ ਸੁਗੰਧੀ ਵਾਲੀ ਹਵਾ। ਇੱਥੇ ਧੂਪ ਦੇ ਨਾਲ ਉਹਨੂੰ ਕੰਪੇਅਰ ਕਰ ਰਹੇ ਹਨ ਸਤਿਗੁਰੂ। ਤੇ ਪਵਨ ਚਵਰੋ ਕਰੇ, ਤਾਂ ਪਵਨ ਦੇ ਆਕਾਸ਼ ਦੇ ਰੂਪ ਦੇ ਵਿੱਚ ਜਦੋਂ ਸਨਾਤਨ ਧਰਮ ਦੇ ਵਿੱਚ ਆਰਤੀ ਕੀਤੀ ਜਾਂਦੀ ਹੈ ਤਾਂ ਉਹਦੇ ਨੁਮਾਇੰਦੇ ਦੇ ਤੌਰ ਤੇ ਚਵਰ ਜੋ ਵਰਤਿਆ ਜਾਂਦਾ ਹੈ, ਯਾਕ ਦੇ ਵਾਲਾਂ ਤੋਂ ਬਣਿਆ ਹੋਇਆ, ਤਾਂ ਉਹ ਚਵਰ ਜੋ ਹੈ ਉਹਦੀ ਤੁਲਨਾ ਪਵਨ ਨਾਲ ਸਤਿਗੁਰਾਂ ਨੇ ਕੀਤੀ ਹੈ। ਸਗਲ ਬਨਰਾਏ, ਬਨਰਾਏ ਭਾਵ ਸਾਰੀ ਬਨਸਪਤੀ, ਸਗਲ ਸਾਰੀ ਤੇ ਬਨਰਾਏ ਬਨਸਪਤੀ, ਫੁਲੰਤ ਜੋਤੀ, ਫੁਲੰਤ ਭਾਵ ਫੁੱਲ, ਫੁੱਲ ਦੇ ਰਹੀ ਹੈ, ਤੇ ਜੋਤੀ ਭਾਵ ਜੋਤ ਰੂਪ ਪ੍ਰਭ। ਹੁਣ ਇਹਦੇ ਅਰਥ ਆਪਾਂ ਸਮਝੀਏ ਕਿ ਜਿਹੜਾ ਇਹੋ ਸਮਝੀਏ ਕਿ ਸਾਰਾ ਆਕਾਸ਼ ਜੋ ਹੈ ਉਹ ਮਾਨੋ ਥਾਲ ਹੈ, ਕਿਉਂਕਿ ਉਹ ਥਾਲ ਲੈ ਕੇ ਆਰਤੀ ਕਰਦੇ ਹਨ, ਉਹਦੇ ਵਿੱਚ ਦੀਵੇ ਰੱਖਦੇ ਹਨ। ਸੂਰਜ ਤੇ ਚੰਦ ਉਸ ਥਾਲ ਵਿੱਚ ਦੀਵੇ ਬਣੇ ਹੋਏ ਹਨ। ਜਿਹੜਾ ਗਗਨ ਹੈ, ਆਕਾਸ਼ ਹੈ, ਉਸ ਥਾਲ ਦੇ ਵਿੱਚ ਸਤਿਗੁਰੂ ਕਹਿੰਦੇ ਹਨ ਕਿ ਦੀਵੇ ਬਣੇ ਹੋਏ ਹਨ। ਤਾਰਿਆਂ ਦੇ ਸਮੂਹ ਜਿਹੜੇ ਹਨ, ਅਣਗਿਣਤ ਔਰ ਬੜੇ ਚਮਕਦਾਰ ਤਾਰੇ ਸਾਨੂੰ ਰਾਤ ਨੂੰ ਅਗਰ ਅਸਮਾਨ ਸਾਫ਼ ਹੋਵੇ ਅਸੀਂ ਦੇਖ ਸਕਦੇ ਹਾਂ। ਤਾਂ ਸਤਿਗੁਰੂ ਕਹਿੰਦੇ ਹਨ ਕਿ ਉਸ ਗਗਨ ਦੇ ਥਾਲ ਵਿੱਚ ਅਣਗਿਣਤ ਬੜੇ ਚਮਕਦੇ ਹੋਏ ਤਾਰੇ ਜਿਹੜੇ ਹਨ ਉਹ ਬੜੇ ਸਮਝ ਲਓ ਕੀਮਤੀ ਮੋਤੀਆਂ ਦੀ ਤਰ੍ਹਾਂ ਹਨ, ਜਿਹੜੇ ਕਿ ਆਰਤੀ ਕਰਨ ਵਾਲੇ ਥਾਲ ਦੇ ਵਿੱਚ ਰੱਖਦੇ ਹਨ। ਉਹਦੇ ਨਾਲ ਤੁਲਨਾ ਸਤਿਗੁਰਾਂ ਨੇ ਦਿੱਤੀ ਹੈ। ਅਨੇਕਾਂ ਧੂਪਾਂ ਤੇ ਅਗਰਬੱਤੀਆਂ ਜਗਾਈਆਂ ਜਾਂਦੀਆਂ ਹਨ ਤੇ ਸਤਿਗੁਰੂ ਕਹਿ ਰਹੇ ਹਨ ਕਿ ਉਹ ਧੂਪ ਅਸਲ ਦੇ ਵਿੱਚ ਮਲਿਆਲੋ ਹੈ, ਮੱਲੇ ਪਰਬਤ ਤੋਂ ਆਉਣ ਵਾਲੀ ਸੁਗੰਧੀ ਵਾਲੀ ਹਵਾ। ਤੇ ਜਿਹੜੀ ਪਵਨ ਹਵਾ ਚੱਲ ਰਹੀ ਹੈ ਉਹ ਚੌਰ ਕਰ ਰਹੀ ਹੈ। ਸਾਰੀ ਬਨਸਪਤੀ ਜਿਹੜੀ ਹੈ ਉਹ ਫੁਲੰਤ ਜੋਤੀ ਫੁੱਲ ਦੇ ਰਹੀ ਹੈ, ਕਿਉਂਕਿ ਆਰਤੀ ਕਰਨ ਲੱਗਿਆਂ ਬਨਸਪਤੀ ਦੇ ਜੋ ਰਿਪਰੈਜ਼ੈਂਟੇਟਿਵਸ ਦੇ ਤੌਰ ਤੇ ਜਾਂ ਸ਼ਰਧਾ ਦੇ ਤੌਰ ਦੇ ਉੱਤੇ ਫਲ ਫੁੱਲ ਆਦਿ ਉਹਦੇ ਵਿੱਚ ਰੱਖੇ ਜਾਂਦੇ ਹਨ। ਤੇ ਜੋਤੀ ਭਾਵ ਜੋ ਦੀਵੇ ਜਗਾਏ ਜਾਂਦੇ ਹਨ ਉਹ ਸਤਿਗੁਰੂ ਕਹਿੰਦੇ ਹਨ ਕਿ ਇਹ ਪ੍ਰਭੂ ਦੀ ਜੋਤ ਬਣ ਕੇ ਵਰਤ ਰਹੇ। ਤਾਂ ਇਸ ਦਾ ਅਰਥ ਕੀ ਹੋਇਆ ਕਿ ਸਾਰਾ ਆਕਾਸ਼ ਮਾਨੋ ਥਾਲ ਹੈ, ਸੂਰਜ ਤੇ ਚੰਦ ਉਹਦੇ ਵਿੱਚ ਦੀਵੇ ਬਣੇ ਹੋਏ ਹਨ, ਤਾਰਿਆਂ ਦੇ ਜਿਹੜੇ ਸਮੂਹ ਹਨ ਮੋਤੀ ਰੱਖੇ ਹੋਏ ਹਨ। ਸੁਗੰਧਿਤ ਹਵਾ ਦੇ ਨਾਲ ਸਤਿਗੁਰੂ ਜੀ ਕਹਿ ਰਹੇ ਹਨ ਕਿ ਮਲਿਆਲੋ ਜਿਹੜੀ ਹੈ ਉਹ ਸੁਗੰਧਿਤ ਹਵਾ ਦੇਣ ਵਾਲੀ ਧੂਪ ਦੀ ਤਰ੍ਹਾਂ ਹੈ। ਹਵਾ ਚੌਰ ਕਰ ਰਹੀ ਹੈ। ਸਾਰੀ ਬਨਸਪਤੀ ਉਸ ਪ੍ਰਭੂ ਦੀ ਆਰਤੀ ਦੇ ਵਾਸਤੇ ਸਾਨੂੰ ਫੁੱਲ ਦੇ ਰਹੀ ਹੈ। ਹੁਣ ਜਿਹੜੀ ਆਰਤੀ ਦਾ ਜ਼ਿਕਰ ਸਤਿਗੁਰੂ ਜੀ ਨੇ ਰਹਾਉ ਦੇ ਬੰਦ ਵਿੱਚ ਕੀਤਾ ਹੈ ਕਿ ਐਸੀ ਆਨੰਦਮਈ, ਐਸੀ ਵਿਸਮਾਦ ਵਾਲੀ, ਐਸੀ ਅਦਭੁਤ ਆਰਤੀ, ਬੇਅੰਤ ਆਰਤੀ, ਬੇਅੰਤ ਪ੍ਰਭੂ ਦੀ ਬੇਅੰਤ ਆਰਤੀ, ਅਨੰਤ ਪ੍ਰਭੂ ਦੀ ਅਨੰਤ ਆਰਤੀ, ਇਹ ਕਿਸੇ ਮਨੁੱਖ ਵੱਲੋਂ ਬਣਾਏ ਕਿਸੇ ਥਾਲ ਦੇ ਨਾਲ 2, 4 ਜਾਂ 100 ਦੀਵੇ ਰੱਖ ਕੇ ਕੁਝ ਕੁ ਮੋਤੀ ਧੂਪ ਅਗਰਬੱਤੀਆਂ ਦੇ ਨਾਲ ਇਹ ਚੌਰ ਆਦਿਕ ਨਾਲ ਫੁੱਲਾਂ ਫਲਾਂ ਪੱਤਿਆਂ ਨਾਲ ਕਿਵੇਂ ਹੋ ਸਕਦੀ ਹੈ? ਜੇ ਅਸੀਂ ਬੇਅੰਤ ਪ੍ਰਭੂ ਦੀ ਆਰਤੀ ਕਰਨੀ ਹੈ ਤਾਂ ਉਸ ਦੀ ਆਰਤੀ ਵੀ ਤਾਂ ਬੇਅੰਤ ਹੀ ਕਰਨੀ ਚਾਹੀਦੀ ਹੈ ਨਾ। ਇੱਕ ਛੋਟੇ ਜਿਹੇ ਥਾਲ ਨਾਲ ਅਸੀਂ ਉਸ ਬੇਅੰਤ ਪ੍ਰਭੂ ਨੂੰ ਕਿਵੇਂ ਆਪਣੀ ਸ਼ਰਧਾ ਪ੍ਰਗਟ ਕਰ ਸਕਦੇ ਹਾਂ? ਸਤਿਗੁਰੂ ਕਹਿੰਦੇ ਹਨ ਕਿ ਜੇ ਬੇਅੰਤ ਪ੍ਰਭੂ ਦੀ ਆਰਤੀ ਜਿਹੜੀ ਹੈ ਉਹ ਤਾਂ ਗਗਨ ਜਿਹੇ ਥਾਲ ਨਾਲ ਹੋਏਗੀ, ਛੋਟੇ ਜਿਹੇ ਥਾਲ ਨਾਲ ਨਹੀਂ ਹੋ ਸਕਦੀ। ਸੂਰਜ ਤੇ ਚੰਦ ਜੈਸੇ ਦੀਵਿਆਂ ਨਾਲ ਹੀ ਹੋ ਸਕਦੀ ਹੈ, ਛੋਟੇ ਮੋਟੇ ਦੀਵਿਆਂ ਨਾਲ ਨਹੀਂ ਹੋ ਸਕਦੀ ਜਿਹੜੇ ਅਸੀਂ ਜਗਾ ਕੇ ਰੱਖ ਲੈਂਦੇ ਹਾਂ। ਅਣਗਿਣਤ ਤੇ ਸੁੰਦਰ ਮੋਤੀ ਜਿਹੜੇ ਆਕਾਸ਼ ਦੇ ਵਿੱਚ ਲੱਗੇ ਹੋਏ ਹਨ, ਪ੍ਰਭੂ ਨੇ ਆਪ ਬਣਾ ਕੇ ਲਾਏ ਹਨ, ਉਸ ਤੋਂ ਘੱਟ ਮੋਤੀ ਰੱਖਣੇ ਤਾਂ ਫਿਰ ਕੋਈ ਗੱਲ ਨਹੀਂ ਬਣੇਗੀ। ਇਸੇ ਤਰ੍ਹਾਂ ਹੀ ਸਤਿਗੁਰੂ ਕਹਿ ਰਹੇ ਹਨ ਕਿ ਸੁਗੰਧਿਤ ਹਵਾ ਵੀ ਫਿਰ ਉਨੀ ਸੁਗੰਧਿਤ, ਉਨੀ ਹੀ ਹਵਾ ਹੋਵੇ
ਜਿਵੇਂ ਉਸ ਮੱਲੇ ਪਰਬਤ ਦੀ ਹਵਾ ਹੁੰਦੀ ਹੈ, ਪਵਨ ਜੈਸਾ ਚੌਰ ਹੋਵੇ, ਛੋਟਾ ਜਿਹਾ ਚੌਰ ਅਸੀਂ ਫੜ ਕੇ ਉਹਦੇ ਨਾਲ ਪ੍ਰਭੂ ਦੀ ਕਿਵੇਂ ਅਸੀਂ ਆਪਣਾ ਸਤਿਕਾਰ ਪ੍ਰਗਟ ਕਰ ਸਕਦੇ ਹਾਂ। ਸਤਿਗੁਰੂ ਕਹਿੰਦੇ ਹਨ ਕਿ ਇਹ ਜੋ ਸਾਰੀ ਬਨਸਪਤੀ ਹੈ, ਇਹ ਮਾਨੋ ਉਹਦੇ ਉਸ ਥਾਲ ਦੇ ਵਿੱਚ, ਬੇਅੰਤ ਅਨੰਤ ਥਾਲ ਦੇ ਵਿੱਚ, ਉਹ ਫਲ ਫੁੱਲ ਬਨਸਪਤੀ ਪੱਤੇ ਜੋ ਵੀ ਅਸੀਂ ਕਹੀ ਉੱਥੇ ਰੱਖੇ, ਉਹ ਸਾਰਾ ਕੁਝ ਉਹ ਉਸ ਥਾਲ ਦੇ ਵਿੱਚ ਪਿਆ। ਪੂਰੀ ਸਮੁੱਚੀ ਸ੍ਰਿਸ਼ਟੀ, ਸਗਲ ਬਨਸਪਤ ਜਿਹੜੀ ਹੈ, ਉਹ ਉਹਦੀ ਥਾਲੀ ਦੇ ਵਿੱਚ ਇਹ ਫਲ ਫੁੱਲ ਪਏ ਹਨ। ਛੋਟੇ ਮੋਟੇ ਥਾਲ ਨਾਲ ਅਸੀਂ ਉਸ ਪ੍ਰਭੂ ਦੀ ਕਿਵੇਂ, ਕਿਸ ਢੰਗ ਨਾਲ ਉਹਦੀ ਸ਼ੋਭਾ ਕਰ ਸਕਦੇ ਹਾਂ। ਛੋਟਾ ਮੋਟਾ ਥਾਲ ਨਹੀਂ ਉਹਦੇ ਵਾਸਤੇ ਸੁਟੇਬਲ। ਜੇ ਭਾਈ ਕਰਨੀ ਹੈ ਤਾਂ ਫਿਰ ਗਗਨ ਨੂੰ ਥਾਲ ਬਣਾ, ਉਹਦੇ ਵਿੱਚ ਇਸ ਤਰ੍ਹਾਂ ਦੇ ਦੀਵੇ ਜਗਾ, ਇਸ ਤਰ੍ਹਾਂ ਦੇ ਮੋਤੀ ਰੱਖ, ਇਸ ਤਰ੍ਹਾਂ ਦੀ ਹਵਾ ਚਲਾ। ਇਹ ਸਤਿਗੁਰੂ ਸਾਨੂੰ ਸਮਝਾ ਰਹੇ ਹਨ ਕਿ ਭਾਈ ਉਸ ਅਕਾਲ ਪੁਰਖ ਦੀ ਜਿਹੜੀ ਆਰਤੀ ਕਰਨੀ ਹੈ, ਉਹ ਸਾਡੇ ਵੱਸ ਦਾ ਕੰਮ ਨਹੀਂ। ਇਹ ਤਾਂ ਕੁਦਰਤ ਵਿੱਚ ਹਰ ਵੇਲੇ, ਸਮਸਤ ਕਾਇਨਾਤ ਜਿਹੜੀ ਹੈ, ਸਮੁੱਚੀ ਕੁਦਰਤ ਹਰ ਵੇਲੇ, ਹਰ ਪਲ ਕਰ ਰਹੀ ਹੈ ਉਸ ਪਿਆਰੇ ਪ੍ਰਭੂ ਦੀ ਆਰਤੀ। ਜਿਹੜੇ ਪ੍ਰਭੂ ਦੇ ਪਿਆਰੇ ਨੇ, ਪ੍ਰਭੂ ਦੇ ਪਿਆਰ ਕਰਨ ਵਾਲੇ ਨੇ, ਜਿਨਨੇ ਪ੍ਰਭੂ ਨਾਲ ਸ਼ਰਧਾ ਪ੍ਰੇਮ ਕਰਨਾ ਹੈ, ਉਹਨੇ ਜੇ ਕਰਨਾ ਹੈ ਤੇ ਉਹਨੂੰ ਥਾਲ ਚੁੱਕ ਕੇ ਤੇ ਆਰਤੀ ਕਰਨ ਦੀ ਲੋੜ ਨਹੀਂ ਹੈ। ਉਹਨੂੰ ਲੋੜ ਹੈ ਤਾਂ ਸਿਰਫ ਇੱਕੋ ਗੱਲ ਦੀ ਕਿ ਇਹ ਸਮੁੱਚੀ ਕੁਦਰਤ ਦੇ ਵਿੱਚ ਜਿਹੜੀ ਹੋ ਰਹੀ ਬੇਅੰਤ ਅਨੰਤ ਆਰਤੀ ਹੈ, ਉਸ ਆਰਤੀ ਦੇ ਨਾਲ ਜੁੜੇ, ਉਸ ਆਰਤੀ ਦੇ ਵਿੱਚ ਇੱਕ ਸੁਰ ਹੋਵੇ, ਉਸ ਆਰਤੀ ਦੇ ਵਿੱਚ ਜਿਹੜਾ ਪ੍ਰਭੂ ਪ੍ਰੇਮ ਵਰਤ ਰਿਹਾ ਹੈ, ਇਸ ਕੁਦਰਤ ਦੇ ਵਿੱਚੋਂ ਉਸ ਅਕਾਲ ਪੁਰਖ ਦੇ, ਵਾਹਿਗੁਰੂ ਦੇ ਦਰਸ਼ਨ ਕਰੇ, ਹਰ ਜ਼ਰਰੇ ਜ਼ਰਰੇ ਚੋਂ ਉਸ ਪ੍ਰਭੂ ਦੇ ਦਰਸ਼ਨ ਕਰੇ, ਉਹਦੀ ਜੀਵਨ ਰੌ ਨੂੰ ਮਹਿਸੂਸ ਕਰੇ। ਇਹ ਆਰਤੀ ਇੱਕ ਪ੍ਰਭੂ ਦੇ ਪਿਆਰੇ ਨੂੰ ਕਰਨੀ ਬਣਦੀ ਹੈ, ਨਾ ਕਿ ਕਿਸੇ ਥਾਲ ਵਿੱਚ ਕੁਝ ਚੀਜ਼ਾਂ ਜੋੜ ਕੇ ਤੇ ਸਮਝ ਲਵੇ ਕਿ ਮੈਂ ਪਤਾ ਨਹੀਂ ਪ੍ਰਭੂ ਦੀ ਕਿਤਨੀ ਵਡਿਆਈ, ਕਿਤਨੀ ਪੂਜਾ, ਕਿਤਨੀ ਸ਼ਰਧਾ, ਕਿਤਨਾ ਪ੍ਰੇਮ ਕਰ ਲਿਆ ਹੈ। ਇਹ ਜਿਹੜੀ ਹਰ ਵੇਲੇ, ਹਰ ਅਕਾਲ ਪੁਰਖ ਦੀ ਕੁਦਰਤ ਦੇ ਵਿੱਚ ਹਰ ਵੇਲੇ ਜੋ ਆਰਤੀ ਹੋ ਰਹੀ ਹੈ, ਉਹਦੇ ਨਾਲ ਇੱਕ ਸੁਰ ਹੋ ਕੇ, ਜੁੜ ਕੇ, ਉਸ ਪ੍ਰਭੂ ਦੀ ਹਾਜ਼ਰੀ ਨੂੰ ਹਰ ਜੀਵ ਮਾਤਰ ਕੁਦਰਤ ਦੇ ਹਰ ਜ਼ਰਰੇ ਜ਼ਰਰੇ ਵਿੱਚ ਮਹਿਸੂਸ ਕਰ ਲੈਣਾ, ਇਹੀ ਆਰਤੀ ਹੈ। ਇਸ ਤੋਂ ਇਲਾਵਾ ਪ੍ਰਭੂ ਦੇ ਪਿਆਰੇ ਨੂੰ ਹੋਰ ਕੋਈ ਆਰਤੀ ਕਰਨੀ ਬਣਦੀ ਹੀ। ਤਾਂ ਇਸ ਬੰਦ ਦੇ ਵਿੱਚ ਸਤਿਗੁਰਾਂ ਨੇ ਸਾਨੂੰ ਉਸ ਦੇ ਸਿੰਬੋਲਿਜ਼ਮ ਨੂੰ ਯੂਜ਼ ਕਰਕੇ ਸਾਨੂੰ ਸਮਝਾਇਆ ਹੈ ਕਿ ਆਰਤੀ ਹਰ ਵੇਲੇ ਹੋ ਰਹੀ ਹੈ, ਅਸੀਂ ਕੇਵਲ ਉਸ ਆਰਤੀ ਦੇ ਨਾਲ ਜੁੜਨਾ ਹੈ, ਉਸ ਪ੍ਰਭੂ ਨਾਲ ਇੱਕ ਸੁਰ ਹੋਣਾ ਹੈ, ਤੇ ਉਸ ਪ੍ਰਭੂ ਨਾਲ ਇੱਕ ਸੁਰ ਹੋ ਕੇ ਸਾਡਾ ਟਾਰਗੇਟ ਹੈ ਕਿ ਅਸੀਂ ਵੀ ਉਸ ਤਰ੍ਹਾਂ ਦੇ ਵਿਸਮਾਦ, ਪ੍ਰੇਮ, ਆਨੰਦ ਦੀ ਅਵਸਥਾ ਵਿੱਚ ਆਈਏ, ਜਿਵੇਂ ਸਤਿਗੁਰਾਂ ਨੇ ਸਾਨੂੰ ਸਿਖਾਇਆ ਹੈ ਕਿ ਅਸੀਂ ਵੀ ਇਹ ਕਹਿ ਉੱਠੀਏ, ਕੈਸੀ ਆਰਤੀ ਹੋਏ ਭਾਵ ਖੰਡਨਾ, ਤੇਰੀ ਆਰਤੀ ਅਨਹਤਾ ਸ਼ਬਦ ਵਾਜੰਤ ਭੇਰੀ। ਜਦੋਂ ਅਸੀਂ ਇਸ ਅਵਸਥਾ ਵਿੱਚ ਆ ਜਾਵਾਂਗੇ ਤੇ ਉਸ ਪ੍ਰਭੂ ਦੀ ਜੀਵਨ ਰੌ ਦੇ ਵਿੱਚੋਂ ਹੀ ਉਸ ਪ੍ਰਭੂ ਦਾ ਪ੍ਰਤਾਪ, ਉਸ ਪ੍ਰਭੂ ਦੀ ਸ਼ੋਭਾ ਸਾਨੂੰ ਹੁੰਦੀ ਪ੍ਰਗਟ ਹੋ ਜਾਵੇਗੀ। ਫਿਰ ਬੇਅੰਤ ਭੇਰੀਆਂ ਸਾਨੂੰ ਨਗਾਰੇ ਵਰਜਦੇ, ਜਿਵੇਂ ਅਸੀਂ ਕਹਿੰਦੇ ਹਾਂ, ਉਸ ਤਰ੍ਹਾਂ ਸਾਨੂੰ ਲੱਗੇਗਾ ਕਿ ਸਮੁੱਚੀ ਕਾਇਨਾਤ ਉਹਦੇ ਉਸਤਤ ਵਿੱਚ, ਉਸਦੇ ਪ੍ਰੇਮ ਵਿੱਚ, ਉਹਦੇ ਸਤਿਕਾਰ ਦੇ ਵਿੱਚ ਨਗਾਰੇ ਵਜਾ ਰਹੀ ਹੈ। ਹੁਣ ਸਤਿਗੁਰੂ ਅੱਗੇ ਚੱਲਦੇ ਹਨ, ਉਸੇ ਹੀ ਸਿੰਬੋਲਿਜ਼ਮ ਨੂੰ ਲੈ ਕੇ ਸਤਿਗੁਰੂ ਅੱਗੇ ਕਹਿ ਰਹੇ ਹਨ ਕਿ ਸਹਸ ਤਵ ਨੈਣ, ਸਹਸ ਦਾ ਅਰਥ ਹੈ ਹਜ਼ਾਰਾਂ, ਤਵ ਤੇਰੇ, ਨੈਣ ਭਾਵ ਅੱਖਾਂ, ਨਨ ਭਾਵ ਕੋਈ ਨਹੀਂ, ਨਨ ਨੈਣ ਹੈ ਤੋਹੇ ਕੋ। ਅੱਗੇ ਸਤਿਗੁਰੂ ਕਹਿੰਦੇ ਹਨ ਕਿ ਸਹਸ ਮੂਰਤ, ਮੂਰਤ ਭਾਵ ਸ਼ਕਲ, ਇਹਨੂੰ ਮੂਰਤੀ ਦੇ ਅਰਥ ਵੀ ਕਰ ਦਿੰਦੇ ਹਨ ਕੁਝ ਲੋਕ। ਨਨਾ ਭਾਵ ਕੋਈ ਨਹੀਂ, ਏਕ ਤੋਂ ਹੀ, ਤੇਰੀਆਂ ਹਜ਼ਾਰਾਂ ਸ਼ਕਲਾਂ ਹਨ, ਨਨਾ ਏਕ ਤੋਂ ਹੀ ਭਾਵ ਤੇਰੀ ਕੋਈ ਸ਼ਕਲ ਨਹੀਂ। ਅੱਗੇ ਸਤਿਗੁਰੂ ਕਹਿੰਦੇ ਸਹਸ ਪਦ ਬਿਮਲ ਭਾਵ ਨਿਰਮਲ, ਨਿਰਮਲ ਪਦ, ਨਿਰਮਲ ਚਰਨ। ਨਨ ਏਕ ਪਦ ਗੰਧ ਬਿਨ, ਗੰਧ ਤੋਂ ਭਾਵ ਹੈ ਗੰਧ ਲੈਣ ਵਾਲਾ ਜਿਹੜਾ ਸਾਡਾ ਅੰਗ ਹੈ ਨੱਕ। ਇੱਥੇ ਨੱਕ ਨੂੰ ਸਤਿਗੁਰਾਂ ਨੇ ਅੱਗੇ ਕਿਹਾ ਕਿ ਗੰਧ ਬਿਨ ਸਹਸ ਤਵ ਗੰਧ, ਹਜ਼ਾਰਾਂ ਨੱਕ। ਕਿਉਂਕਿ ਅਸੀਂ ਜਦੋਂ ਕਿਸੇ ਵਿਅਕਤੀ ਦੀ ਸ਼ਕਲ ਦੇਖਦੇ ਹਾਂ ਤੇ ਉਹਦਾ ਸਭ ਤੋਂ ਜਿਹੜਾ ਵੱਡਾ ਸਾਡੇ ਸਾਹਮਣੇ ਕਰੈਕਟਰਿਸਟਿਕ ਆਉਂਦਾ ਹੈ, ਉਹਦੀ ਸ਼ਕਲ ਨੂੰ ਅਸੀਂ ਪਹਿਚਾਨਦੇ ਹਾਂ, ਯਾਦ ਰੱਖਦੇ ਹਾਂ, ਉਹਦੀ ਸੁੰਦਰਤਾ ਦੀ ਗੱਲ ਕਰਦੇ ਹਾਂ, ਤਾਂ ਉਹ ਨੱਕ ਨਾਲ ਸੰਬੰਧ ਹੁੰਦਾ ਹੈ। ਤਾਂ ਸਤਿਗੁਰੂ ਇਹਨੂੰ ਇੰਪੋਰਟੈਂਸ ਦੇ ਕੇ ਉਹ ਕਹਿ ਰਹੇ ਹਨ ਕਿਉਂਕਿ ਇਹ ਚਲਤ ਮੋਹੀ ਇਸ ਤਰ੍ਹਾਂ, ਇਸ ਅਸਚਰਜ ਕੌਤਕ, ਚਲਤ ਭਾਵ ਕੌਤਕ ਜਿਹੜਾ ਸਾਨੂੰ ਅਸਚਰਜ ਕਰ ਦਿੰਦਾ ਹੈ,
ਇਹ ਮੋਹੀ ਭਾਵ ਮੈਂ ਮੋਹਿਆ ਗਿਆ ਹਾਂ। ਤਾਂ ਪੂਰੇ ਅਰਥ ਬਣਦੇ ਹਨ ਕਿ ਸਭ ਜੀਵਾਂ ਵਿੱਚ ਤੂੰ ਵਿਆਪਕ ਹੈ। ਇਸ ਕਰਕੇ ਤੇਰੀਆਂ ਹਜ਼ਾਰਾਂ ਅੱਖਾਂ ਹਨ, ਕਿਉਂਕਿ ਤੂੰ ਹਰ ਜੀਵ ਦੇ ਅੰਦਰ ਹੈ, ਤਾਂ ਸਾਰੀਆਂ ਅੱਖਾਂ ਤੇਰੀਆਂ ਹਨ। ਪਰ ਚੂੰਕਿ ਤੂੰ ਨਿਰਾਕਾਰ ਹੈ ਔਰ ਕਿਸੇ ਇੱਕ ਜੀਵ ਨੂੰ ਤੇਰਾ ਰੂਪ ਅਸੀਂ ਨਹੀਂ ਕਹਿ ਸਕਦੇ, ਜਾਂ ਇੱਕ ਮੂਰਤ ਨੂੰ, ਇੱਕ ਸ਼ਕਲ ਨੂੰ ਅਸੀਂ ਤੇਰਾ ਇੱਕ ਰੂਪ ਨਹੀਂ ਕਹਿ ਸਕਦੇ, ਇਸ ਕਰਕੇ हे ਪ੍ਰਭੂ ਤੇਰੀ ਕੋਈ ਇੱਕ ਅੱਖ ਨਹੀਂ ਹੈ। ਇਸੇ ਤਰ੍ਹਾਂ ਹੀ ਮੂਰਤ, ਸਹਿਸ ਮੂਰਤ ਭਾਵ ਹਜ਼ਾਰਾਂ ਸ਼ਕਲਾਂ ਤੇਰੀਆਂ ਹਨ, ਕਿਉਂਕਿ ਤੂੰ ਹਰ ਜੀਵ ਦੇ ਅੰਦਰ ਹੈ। ਪਰ ਜੇ ਕਹੀਏ ਤੇਰੀ ਇਹੀ ਪਾਰਟਿਕੂਲਰ ਸ਼ਕਲ ਹੈ, ਤਾਂ ਉਹ ਨਹੀਂ ਤੇਰੀ ਕੋਈ ਸ਼ਕਲ, ਕਿਉਂਕਿ ਤੂੰ ਤਾਂ ਨਿਰਗੁਣ ਹੈ। ਤੈਨੂੰ ਇੱਕ ਸ਼ਕਲ ਦੇ ਨਾਲ ਅਸੀਂ ਐਸੋਸੀਏਟ ਨਹੀਂ ਕਰ ਸਕਦੇ। ਹਜ਼ਾਰਾਂ ਨੱਕ ਤੇਰੇ ਹਨ, ਪਰ ਨਿਰਾਕਾਰ ਹੋਣ ਕਰਕੇ ਤੂੰ ਨੱਕ ਤੋਂ ਬਿਨਾਂ ਹੈ, ਕਿਉਂਕਿ ਇੱਕ ਖਾਸ ਨੱਕ ਨੂੰ, ਇੱਕ ਸ਼ੇਪ ਨੱਕ ਦੀ ਨੂੰ ਅਸੀਂ ਨਹੀਂ ਕਹਿ ਸਕਦੇ ਕਿ ਪ੍ਰਭੂ ਦਾ ਨੱਕ ਹੈ। ਤੇ ਤੇਰਾ ਇਹੀ ਤਾਂ ਕੌਤਕ ਹੈ। ਇਹ ਚਲਤ, ਇਹ ਜਿਹੜੇ ਕੌਤਕ ਹਨ ਕਿ ਤੂੰ ਹਜ਼ਾਰਾਂ ਵੀ ਹੈ ਤੇ ਤੂੰ ਕੋਈ ਨਹੀਂ ਵੀ ਹੈ। ਇਹ ਕੈਸਾ ਅਦਭੁਤ ਕੌਤਕ ਹੈ ਅਕਾਲ ਪੁਰਖ ਤੇਰਾ, ਵਾਹਿਗੁਰੂ ਤੇਰਾ ਕੈਸਾ ਅਦਭੁਤ ਕੌਤਕ ਹੈ। ਮੈਨੂੰ ਬੜਾ ਹੈਰਾਨ ਕੀਤਾ ਹੋਇਆ, ਅਚੰਭਤ ਕੀਤਾ ਹੋਇਆ ਇਸ ਨੂੰ। ਹੁਣ ਤੇ ਸਤਿਗੁਰੂ ਜੀ ਨੇ ਜਿਹੜੇ ਜਿਹੜੇ ਸ਼ਬਦ ਵਰਤੇ ਹਨ, ਉਹ ਸਾਰੇ ਸਿੰਬਲਸ ਹਨ। ਉਹ ਮਤਲਬ ਜਿਹੜੇ ਕੀਤੇ ਜਾਣ ਵਾਲੇ ਆਰਤੀ ਦੇ ਵਿੱਚ ਲੋਕੀ ਕਰਮ ਕਰਦੇ ਹਨ। ਉਹ ਜਿਵੇਂ ਆਰਤੀ ਦੇ ਵਿੱਚ ਥਾਲ ਸਜਾ ਕੇ ਪੈਰਾਂ ਦੇ ਆਲੇ ਦੁਆਲੇ ਘੁਮਾਉਂਦੇ ਹਨ, ਸ਼ਕਲ ਦੇ ਆਲੇ ਦੁਆਲੇ ਘੁਮਾਉਂਦੇ ਹਨ, ਨਾਭੀ ਆਲੇ ਦੁਆਲੇ ਘੁਮਾਉਂਦੇ ਹਨ, ਫਿਰ ਪੂਰੇ ਸਰੀਰ ਦੇ ਆਲੇ ਦੁਆਲੇ ਘੁਮਾਉਂਦੇ ਹਨ। ਸਤਿਗੁਰੂ ਜੀ ਕਹਿ ਰਹੇ ਹਨ ਕਿ ਉਸ ਅਕਾਲ ਪੁਰਖ ਦੇ ਮਤਲਬ ਉਹ, ਅੱਛਾ, ਉਹਦੇ ਚੋਂ ਨੈਣ ਦੀ ਖਾਸ ਇੰਪੋਰਟੈਂਸ ਉਹ ਗਿਣਦੇ ਹਨ, ਕਿਉਂਕਿ ਜਦੋਂ ਆਰਤੀ ਕੀਤੀ ਜਾਂਦੀ ਹੈ ਤਾਂ ਇਹ ਕਿਹਾ ਜਾਂਦਾ ਹੈ ਕਿ ਜਿਹੜਾ ਸ਼ਰਧਾਲੂ ਹੈ ਉਹਨੇ ਆਪਣੀਆਂ ਨਜ਼ਰਾਂ ਦੇ ਨਾਲ ਮੂਰਤੀ ਦੀਆਂ ਅੱਖਾਂ ਵੱਲ ਦੇਖਣਾ ਹੈ। ਮੂਰਤੀ ਦੀਆਂ ਅੱਖਾਂ ਵੀ ਉਸ ਢੰਗ ਨਾਲ ਬਣਾਈਆਂ ਹੁੰਦੀਆਂ ਹਨ ਕਿ ਜਦੋਂ ਤੁਸੀਂ ਮੂਰਤੀ ਦੀਆਂ ਅੱਖਾਂ ਵੱਲ ਦੇਖਦੇ ਹੋ, ਤੁਹਾਨੂੰ ਪ੍ਰਤੀਤ ਹੁੰਦਾ ਹੈ ਕਿ ਸ਼ਾਇਦ ਮੂਰਤੀ ਤੁਹਾਡੇ ਵੱਲ ਹੀ, ਤੁਹਾਡੀ ਅੱਖਾਂ 'ਚ ਅੱਖਾਂ ਮਿਲਾ ਕੇ ਤੁਹਾਡੇ ਵੱਲ ਦੇਖ ਰਹੀ ਹੈ। ਉਹ ਉਸੇ ਥਾਂ ਤੇ ਖੜੇ ਕੀਤਾ ਜਾਂਦਾ ਹੈ ਤੇ ਉਸ ਕਿਸਮ ਦਾ ਹੀ ਸਾਰਾ ਅਰੇਂਜਮੈਂਟ ਕੀਤਾ ਹੁੰਦਾ ਹੈ। ਤਾਂ ਸਤਿਗੁਰੂ ਜੀ ਕਹਿੰਦੇ ਹਨ ਕਿ ਇਹ ਸਾਰੀਆਂ ਚੀਜ਼ਾਂ, ਪੈਰਾਂ ਨੂੰ, ਅੱਖਾਂ ਨੂੰ, ਸ਼ਕਲ ਨੂੰ, ਨੱਕ ਨੂੰ, ਨਾਭੀ ਨੂੰ, ਜਿਨ੍ਹਾਂ ਦੀ ਇੰਪੋਰਟੈਂਸ ਉਸ ਜਿਹੜਾ ਰਿਚੁਅਲ ਹੈ ਉਹਦੇ ਵਿੱਚ ਰੱਖੀ ਜਾਂਦੀ ਹੈ, ਉਹਨਾਂ ਦਾ ਜ਼ਿਕਰ ਕਰਕੇ ਸਤਿਗੁਰੂ ਸਾਨੂੰ ਸਿਧਾਂਤ ਗੁਰਮਤਿ ਦਾ ਦ੍ਰਿੜਾ ਰਹੇ ਹਨ। ਆਰਤੀ ਦਾ ਸਿਧਾਂਤ ਨਹੀਂ ਦ੍ਰਿੜਾ ਰਹੇ। ਮਤਾ ਅਸੀਂ ਸਮਝ ਲਈਏ ਕਿ ਸਾਨੂੰ ਇਹਨਾਂ ਚੀਜ਼ਾਂ ਦੀ ਆਰਤੀ ਕਰਨ ਦੇ ਲਈ ਸਤਿਗੁਰੂ ਸਾਨੂੰ ਪ੍ਰੇਰਨਾ ਦੇ ਰਹੇ ਹਨ। ਸਤਿਗੁਰੂ ਕਹਿੰਦੇ ਹਨ ਕਿ ਜੇ ਨੈਣਾਂ ਦੀ ਗੱਲ ਕਰੀਏ ਤਾਂ ਫਿਰ ਉਹਦੇ ਹਜ਼ਾਰਾਂ ਹੀ ਨੈਣ ਹਨ ਸਰਗਮ ਸਰੂਪ ਵਿੱਚ, ਕਿਉਂਕਿ ਉਹ ਹਰ ਜੀਵ ਦੇ ਵਿੱਚ ਹੈ। ਪਰ ਜੇ ਅਸੀਂ ਕਹੀਏ ਇੱਕ ਨੈਣ ਹਨ ਉਹਦੇ, ਜਿਨ੍ਹਾਂ ਦੇ ਨਾਲ ਅਸੀਂ ਅੱਖਾਂ ਮਿਲਾਉਣੀਆਂ ਹਨ, ਤਾਂ ਫਿਰ ਐਸਾ ਕੋਈ ਨੈਣ ਨਹੀਂ ਹੁੰਦਾ। ਜੇ ਅਸੀਂ ਪ੍ਰਭੂ ਦੇ ਨਾਲ ਨੈਣ ਮਿਲਾਉਣੇ ਹਨ, ਨਜ਼ਰ ਮਿਲਾਉਣੀ ਹੈ, ਤਾਂ ਫਿਰ ਸਾਨੂੰ ਹਰ ਜੀਵ ਦੇ ਨੈਣਾਂ ਵਿੱਚੋਂ ਉਸ ਪ੍ਰਭੂ ਦੇ ਦਰਸ਼ਨ ਕਰਨੇ ਪੈਣਗੇ। ਹਰ ਜੀਵ ਵਿੱਚੋਂ ਪ੍ਰਭੂ ਨੂੰ ਦੇਖਣਾ ਪਵੇਗਾ। ਇਸੇ ਤਰ੍ਹਾਂ ਹੀ ਜੇ ਪੈਰਾਂ ਦੀ ਪੂਜਾ ਕਰਨੀ ਹੈ ਤੇ ਫਿਰ ਹਰ ਜੀਵ ਦੇ ਪੈਰਾਂ ਵਿੱਚੋਂ ਪ੍ਰਭੂ ਦੀ ਪੂਜਾ ਕਰਨੀ ਪਏਗੀ। ਭਾਵ ਹਰ ਜੀਵ ਦਾ ਸਤਿਕਾਰ ਕਰਨਾ ਪਏਗਾ, ਉਹਨੂੰ ਪੂਜਨੀਕ ਮੰਨਣਾ ਪਏਗਾ, ਕਿਉਂਕਿ ਉਹਦੇ ਅੰਦਰ ਪ੍ਰਭੂ ਦੀ ਜੋਤ ਹੈ। ਤੇ ਇਸੇ ਤਰ੍ਹਾਂ ਹੀ ਜੇ ਅਸੀਂ ਚਿਹਰਾ ਮੋਹਰਾ ਲੱਭਣਾ ਪ੍ਰਭੂ ਦਾ, ਤਾਂ ਫਿਰ ਹਰ ਜੀਵ ਦੇ ਚਿਹਰੇ ਵਿੱਚੋਂ ਸਾਨੂੰ ਪ੍ਰਭੂ ਦੇ ਦਰਸ਼ਨ ਕਰਨੇ ਪੈਣਗੇ। ਤੇ ਜੇ ਹਰ ਜੀਵ ਦੀ ਮੂਰਤ ਭਾਵ ਪੂਰੇ ਸਰੀਰ ਦੀ ਪੂਜਾ ਕਰਨੀ ਹੈ ਜਿਵੇਂ ਉਹ ਕਰਦੇ ਹਨ, ਤੇ ਹਰ ਜੀਵ ਹੀ ਪ੍ਰਭੂ ਦੀ ਮੂਰਤ ਹੈ, ਕਿਉਂਕਿ ਹਰ ਜੀਵ ਦੇ ਅੰਦਰ ਪ੍ਰਭੂ ਦਾ ਨਿਵਾਸ ਹੈ। ਉਸ ਤੋਂ ਇਲਾਵਾ ਕਿਸੇ ਥਾਂ ਤੇ ਜਾ ਕੇ ਕਿਸੇ ਪ੍ਰਭੂ ਦੀ ਮੂਰਤੀ ਬਣਾ ਕੇ ਜਾਂ ਕਿਸੇ ਵੀ ਹੋਰ ਢੰਗ ਦੇ ਨਾਲ ਅਸੀਂ ਪ੍ਰਭੂ ਦੇ ਨਾਲ ਨਹੀਂ ਜੁੜ ਸਕਦੇ। ਜੇ ਪ੍ਰਭੂ ਦੇ ਨਾਲ ਜੁੜਨਾ ਹੈ ਤੇ ਸਾਨੂੰ ਹਰ ਥਾਂ ਤੇ ਉਹ ਵਰਤਦਾ ਦਿਖਣਾ ਪਏਗਾ। ਕੁਦਰਤ ਦੇ ਵਿੱਚ, ਹਰ ਜੀਵ ਵਿੱਚ, ਹਰ ਜ਼ਰੇ ਵਿੱਚ ਸਾਨੂੰ ਉਹ ਪ੍ਰਭੂ ਜਿਹੜਾ ਵਰਤ ਰਿਹਾ ਉਹਦੇ ਨਾਲ ਜੁੜਨਾ ਪਏਗਾ। ਉਹਦੇ ਅੰਦਰ ਜਿਹੜੀ ਜੀਵਨ ਦੀ ਰੌ ਚੱਲ ਰਹੀ ਹੈ, ਜਿਹੜਾ ਕਿ ਪ੍ਰਭੂ ਆਪ ਉੱਥੇ ਬੈਠ ਕੇ ਚਲਾ ਰਿਹਾ ਹੈ, ਉਸ ਨੂੰ ਜੀਵਨ ਦੇ ਰਿਹਾ ਹੈ, ਉਹਦੇ ਵਿੱਚੋਂ ਸਾਨੂੰ ਉਸ ਅਕਾਲ ਪੁਰਖ ਦੀ ਰੌ ਮਹਿਸੂਸ ਕਰਨੀ ਪਏਗੀ। ਅਕਾਲ ਪੁਰਖ ਦੇ ਦਰਸ਼ਨ ਕਰਨੇ ਪੈਣਗੇ। ਚਾਹੇ ਉਹ ਜੀਵ ਹੈ, ਚਾਹੇ ਉਹ ਬਨਸਪਤੀ ਹੈ, ਚਾਹੇ ਉਹ ਪਹਾੜ ਹੈ, ਚਾਹੇ ਮੈਦਾਨ ਹੈ, ਹਰ ਕੁਦਰਤ ਦੇ ਅੰਗ ਵਿੱਚੋਂ ਸਾਨੂੰ ਪ੍ਰਭੂ ਦੇ ਦਰਸ਼ਨ ਕਰਨ ਦੀ ਜਦੋਂ ਸਾਡੀ ਉਹ ਅਵਸਥਾ ਆ ਜਾਂਦੀ ਹੈ, ਤੇ ਫਿਰ ਆਰਤੀ ਦੀ ਅਵਸਥਾ ਆਏਗੀ ਕਿ ਅਨਹਤਾ ਸ਼ਬਦ ਵਾਜੰਤ ਭੇਰੀ। ਬਸ ਇਹੀ ਆਰਤੀ ਹੈ। ਹਰ ਜੀਵ ਦੇ ਵਿੱਚੋਂ ਉਸ ਪ੍ਰਭੂ ਦੇ, ਉਸ ਅਨੰਤ ਪ੍ਰਭੂ ਦੇ ਦਰਸ਼ਨ ਕਰਨੇ, ਇਹੀ ਆਰਤੀ ਹੈ। ਇਸ ਤੋਂ ਇਲਾਵਾ ਹੋਰ ਕੋਈ ਆਰਤੀ ਨਹੀਂ। ਮਤਲਬ ਅਸੀਂ ਹੋਰ ਕਿਸੇ ਆਰਤੀ ਨੂੰ ਸਮਝ ਲਈਏ
ਕਿ ਵੀ ਉਹ ਆਰਤੀ ਕਰਕੇ ਅਸੀਂ ਉਸ ਪ੍ਰਭੂ ਦੇ ਨੇੜੇ ਹੋ ਸਕਦੇ ਹਾਂ। ਹਰ ਜੀਵ ਦੇ ਵਿੱਚੋਂ ਜਦੋਂ ਤੱਕ ਅਸੀਂ ਪ੍ਰਭੂ ਦੇ ਦਰਸ਼ਨ ਨਹੀਂ ਕੀਤੇ, ਉਹਦੇ ਨਾਲ ਇੱਕ ਸੁਰ ਨਹੀਂ ਹੋਏ, ਉਹਦੇ ਨਾਲ ਪ੍ਰੇਮ ਨਹੀਂ ਕੀਤਾ, ਉਦੋਂ ਤੱਕ ਸਾਡੀ ਆਰਤੀ ਨਹੀਂ ਹੋ ਸਕਦੀ। ਸਤਿਗੁਰੂ ਅੱਗੇ ਹੋਰ ਕਲੀਅਰ ਕਰਦੇ ਹਨ ਸਾਨੂੰ, ਸਿੰਬੋਲਿਜ਼ਮ ਵਰਤਦੇ ਹੋਏ ਫਿਰ ਆਰਤੀ ਦਾ ਹੀ, ਕਿ ਸਭ ਮੈਂ ਜੋਤ ਜੋਤ ਹੈ ਸੋਏ। ਉੱਥੇ ਜੋਤੀਆਂ ਜਗਾਈਆਂ ਜਾਂਦੀਆਂ ਹਨ, ਦੀਵੇ ਜਗਾਏ ਜਾਂਦੇ ਹਨ, ਤਰ੍ਹਾਂ ਤਰ੍ਹਾਂ ਦੇ ਦੀਵੇ ਜਗਾਏ ਜਾਂਦੇ ਹਨ, ਕਦੀ ਘਿਓ ਦੇ, ਕਦੀ ਤੇਲ ਦੇ, ਕਦੀ ਉਹ ਕਾਫੂਰ ਦੇ। ਉਹ ਹਰੇਕ ਥਾਂ ਤੇ ਆਪੋ ਆਪਣਾ ਸਿਸਟਮ ਹੈ, ਕਿੰਨੇ ਦੀਵੇ ਜਗਾਉਣੇ ਹਨ। ਇਹ ਮਤਲਬ ਇੱਕ ਬੜਾ ਕੰਪਲੀਕੇਟਡ ਸਿਸਟਮ ਹੈ। ਤੇ ਸਤਿਗੁਰੂ ਉਹਦਾ ਜ਼ਿਕਰ ਕਹਿ ਰਹੇ ਹਨ ਕਿ ਸਭ ਮੈਂ ਜੋਤ। ਜੋਤ ਦਾ ਅਸਲ ਅਰਥ ਦੀਵੇ ਜਗਾਉਣ ਦਾ ਜਾਂ ਜੋਤ ਦਾ ਅਸੀਂ ਜੋ ਅਰਥ ਲੈਂਦੇ ਹਾਂ, ਉਹ ਜੋਤ ਹੁੰਦੀ ਹੈ ਜੋ ਹਨੇਰੇ ਨੂੰ ਦੂਰ ਕਰਦਾ। ਚਾਨਣ ਭਾਵ ਜੋਤ ਦਾ ਅਰਥ ਹੈ ਚਾਨਣ, ਜੋਤ ਹੈ ਸੋਏ। ਸਭ ਮੈਂ ਜੋਤ, ਉਹਦਾ ਪ੍ਰਕਾਸ਼ ਜੀ ਜ਼ਿਕਰ ਕਰ ਰਹੇ ਹਨ। ਜੋਤ ਹੈ, ਉਸ ਪ੍ਰਭੂ ਦੀ ਜੋਤ ਹੈ। ਉਸ ਪ੍ਰਭੂ ਦੀ ਜੋਤ ਦਾ ਜ਼ਿਕਰ ਸਤਿਗੁਰੂ ਕਰ ਰਹੇ ਹਨ ਕਿ ਸਾਰੇ ਜੀਵਾਂ ਦੇ ਅੰਦਰ ਇੱਕੋ ਉਸ ਪਰਮਾਤਮਾ ਦੀ ਹੀ ਜੋਤ ਹੈ, ਉਹੀ ਵਰਤ ਰਹੀ ਹੈ। ਉਸੇ ਜੋਤ ਦੇ ਪ੍ਰਕਾਸ਼ ਨਾਲ ਤਿਸ ਦਾ ਚਾਨਣ ਸਭ ਮੈਂ ਚਾਨਣ। ਜਿਸ ਵੀ ਜੀਵ ਦੇ ਅੰਦਰ ਜੀਵਨ ਦੀ ਰੌ ਹੈ, ਚਾਨਣ ਹੈ, ਉਸ ਅਕਾਲ ਪੁਰਖ ਦੇ ਚਾਨਣ ਦੇ ਨਾਲ ਹੀ ਜਿਹੜੀ ਉਹ ਜੀਵਨ ਰੌ ਵਰਤ ਰਹੀ ਹੈ। ਪਰ ਅੱਗੇ ਸਤਿਗੁਰੂ ਕਹਿੰਦੇ ਹਨ, ਗੁਰ ਸਾਖੀ ਜੋਤ ਪ੍ਰਗਟ ਹੋਏ। ਪਰ ਇਹ ਜਿਹੜੀ ਜੋਤ ਹੈ, ਹਰ ਜੀਵ ਦੇ ਅੰਦਰ ਵਰਤ ਰਿਹਾ ਪ੍ਰਭੂ ਹੈ, ਜੋ ਉਹਦੇ ਦਰਸ਼ਨ ਸਾਨੂੰ ਕਿਵੇਂ ਹੁੰਦੇ ਹਨ? ਉਹ ਸਾਨੂੰ ਗੁਰੂ ਦੀ ਸਿੱਖਿਆ ਦੇ ਨਾਲ। ਗੁਰ ਸਾਖੀ ਜੋਤ ਪ੍ਰਗਟ ਹੋਏ। ਉਹ ਜੋਤ ਪ੍ਰਗਟ ਉਦੋਂ ਹੁੰਦੀ ਹੈ ਜਦੋਂ ਅਸੀਂ ਗੁਰੂ ਦੀ ਸਿੱਖਿਆ ਗ੍ਰਹਿਣ ਕਰਦੇ ਹਾਂ, ਧਾਰਨ ਕਰਦੇ ਹਾਂ, ਆਪਣਾ ਜੀਵਨ ਉਸ ਸਿੱਖਿਆ ਦੇ ਮੁਤਾਬਕ ਢਾਲਦੇ ਹਾਂ। ਤੇ ਉਸ ਅਗਲਾ ਬਚਨ ਜੋ ਹੈ ਬਹੁਤ ਇੰਪੋਰਟੈਂਟ ਹੈ ਇਸ ਸ਼ਬਦ ਦੇ ਵਾਸਤੇ, ਸਾਡੇ ਜੀਵਨ ਦੇ ਵਾਸਤੇ ਵੀ, ਕਿ ਜੋ ਤਿਸ ਭਾਵੈ ਸੋ ਆਰਤੀ। ਜੋ ਉਸ ਨੂੰ ਭਾਉਂਦਾ ਹੈ, ਜੋ ਉਸ ਦਾ ਹੁਕਮ ਹੈ, ਉਸ ਹੁਕਮ ਦੇ ਮੁਤਾਬਕ ਚੱਲਣਾ ਹੀ ਅਸਲ ਆਰਤੀ ਹੈ ਉਸ ਅਕਾਲ ਪੁਰਖ। ਹੁਣ ਇੱਥੇ ਗੁਰਮਤਿ ਸਿਧਾਂਤ ਸਤਿਗੁਰਾਂ ਨੇ ਸਾਨੂੰ ਸਾਰਾ ਜ਼ਿਕਰ ਆਰਤੀ ਦੇ ਸਿੰਬੋਲਿਜ਼ਮ ਦੇ ਵਿੱਚੋਂ ਸਾਨੂੰ ਕਲੈਰਿਟੀ ਦੇ ਕੇ ਹੁਣ ਸਤਿਗੁਰੂ ਕਹਿ ਰਹੇ ਹਨ ਕਿ ਜੋ ਤਿਸ ਭਾਵੈ ਸੋ ਆਰਤੀ ਹੋ। ਜੋਤਾਂ ਦੀ ਜਿਹੜੀ ਵਿਸ਼ੇਸ਼ਤਾ ਹੈ ਆਰਤੀ ਦੇ ਵਿੱਚ ਮੰਨੀ ਜਾਂਦੀ ਹੈ, ਜੋਤਾਂ ਜਗਾ ਕੇ ਜਦੋਂ ਆਰਤੀ ਪੂਰੀ ਹੋ ਜਾਂਦੀ ਹੈ ਤਾਂ ਹੱਥ ਨੂੰ ਪੁੱਠਾ ਕਰਕੇ ਇੱਕ ਕੱਪ ਜਿਹਾ ਬਣਾ ਕੇ ਤੇ ਤਲੀ ਜੋਤ ਦੇ ਉੱਪਰ ਰੱਖੀ ਜਾਂਦੀ ਹੈ। ਉਹਦਾ ਧੂਆਂ ਰੋਸ਼ਨੀ ਇਹਦੇ ਤੇ ਪੈਂਦੀ ਹੈ। ਉਸ ਤੋਂ ਬਾਅਦ ਮੱਥੇ ਤੇ ਔਰ ਸਿਰ ਉੱਤੇ ਰੱਖ ਕੇ ਇਹ ਮੰਨਿਆ ਜਾਂਦਾ ਹੈ ਕਿ ਉਹ ਦੇਵੀ ਦੇਵਤੇ ਦੀ ਜੋ ਬਲੇਸਿੰਗਸ ਹਨ, ਉਹਦੀ ਸ਼ਕਤੀ ਹੈ, ਉਹਦਾ ਆਸ਼ੀਰਵਾਦ ਹੈ, ਉਹ ਉਸ ਵਿਅਕਤੀ ਤੱਕ ਪਹੁੰਚ ਗਿਆ ਜਿਹਨੇ ਆਰਤੀ ਕੀਤੀ ਹੈ ਜਾਂ ਕਰਵਾਈ ਹੈ। ਤਾਂ ਇਹ ਜੋ ਇੱਕ ਰਿਚੁਅਲ ਹੈ, ਸਿਰ ਤੇ ਹੱਥ ਲਾਣਾ, ਮੱਥੇ ਤੇ, ਅੱਖਾਂ ਤੇ, ਉਸ ਜੋਤ ਤੇ ਹੱਥ ਕਰਨ ਤੋਂ ਬਾਅਦ, ਤੇ ਸਤਿਗੁਰੂ ਕਹਿੰਦੇ ਹਨ ਕਿ ਇਹ ਜੋ ਜੋਤ ਹੈ, ਇਹ ਉਹਦੀ ਮਿਹਰ ਆਸ਼ੀਰਵਾਦ ਜਿਹੜੀ ਮੰਨੀ ਜਾਂਦੀ ਹੈ ਕਿ ਇਸ ਤਰੀਕੇ ਨਾਲ ਮਿਲਦੀ ਹੈ। ਸਤਿਗੁਰੂ ਕਹਿੰਦੇ ਹਨ ਕਿ ਅਸਲ ਗੱਲ ਤਾਂ ਇਹ ਹੈ ਕਿ ਚਾਨਣ ਜਿਹੜਾ ਉਸ ਪ੍ਰਭੂ ਦਾ ਵਰਤ ਰਿਹਾ ਹੈ ਹਰ ਜੀਵ ਦੇ ਅੰਦਰ, ਉਹ ਸਮਝਾਉਂਦੇ ਹਨ ਕਿ ਸਭ ਮੈਂ ਜੋਤ ਜੋਤ ਹੈ। ਜੇ ਉਸ ਅਕਾਲ ਪੁਰਖ ਦਾ ਆਸ਼ੀਰਵਾਦ ਲੈਣਾ ਹੈ, ਉਹਦੀਆਂ ਬਲੇਸਿੰਗਸ ਲੈਣੀਆਂ ਹਨ, ਤਾਂ ਫਿਰ ਸਾਨੂੰ ਹਰ ਜੋਤ ਦੇ, ਹਰ ਸਰੀਰ ਦੇ ਵਿੱਚੋਂ ਉਸ ਜੋਤ ਦੇ ਦਰਸ਼ਨ ਕਰਨੇ ਪੈਣਗੇ। ਉਹ ਜੋਤ ਜਿਸ ਦੇ ਚਾਨਣ ਨਾਲ ਸਭ ਦੇ ਵਿੱਚ ਚਾਨਣ ਹੈ, ਤਿਸ ਦਾ ਚਾਨਣ ਸਭ ਮੈਂ ਚਾਨਣ ਹੋਏ। ਪਰ ਸਤਿਗੁਰੂ ਫਰਮਾਉਂਦੇ ਹਨ ਕਿ ਇਹ ਗੱਲ ਇਸ ਤਰ੍ਹਾਂ ਨਹੀਂ ਬਣਨੀ। ਇਹ ਜੋਤਾਂ ਜਗਾਉਣ ਨਾਲ ਇਹ ਗਿਆਨ ਨਹੀਂ ਪ੍ਰਾਪਤ ਹੋਣਾ ਜਿਸ ਦਾ ਸਤਿਗੁਰੂ ਜ਼ਿਕਰ ਕਰ ਰਹੇ ਹਨ ਕਿ ਤਿਸ ਦਾ ਚਾਨਣ ਸਭ ਮੈਂ ਚਾਨਣ ਹੋਏ। ਇਹ ਉਦੋਂ ਹੀ ਚਾਨਣ ਹੋਣਾ ਹੈ ਜਦੋਂ ਜਿਹੜੀ ਗਿਆਨ ਦੀ ਜੋਤ ਹੈ ਉਹ ਜਗੇਗੀ। ਗੁਰ ਸਾਖੀ, ਗੁਰੂ ਦੀ ਸਿੱਖਿਆ ਦੀ ਜੋਤ, ਗਿਆਨ ਦੀ ਜੋਤ ਜਦੋਂ ਜਗੇਗੀ, ਉਹ ਸਾਡੇ ਜੀਵ ਦੇ ਅੰਦਰ ਵਰਤ ਰਹੀ ਪ੍ਰਭੂ ਦੀ ਜੋਤ ਜਿਹੜੀ ਹੈ, ਫਿਰ ਉਹ ਪ੍ਰਗਟ ਹੋ ਕੇ ਸਾਨੂੰ ਦਿਸੇਗੀ ਹਰ ਜੀਵ ਦੇ ਅੰਦਰ। ਇਹ ਗੁਰੂ ਦੀ ਸਿੱਖਿਆ ਨਾਲ ਹੀ ਪ੍ਰਗਟ ਹੋਣੀ ਹੈ। ਸੋ ਅਸਲ ਜੋਤ ਤਾਂ ਗੁਰੂ ਦੁਆਰਾ ਪ੍ਰਾਪਤ ਹੋਇਆ ਗਿਆਨ ਹੈ, ਉਹ ਚਾਨਣ ਹੈ ਜਿਹਦੇ ਨਾਲ ਸਾਨੂੰ ਪੂਰੀ ਸ੍ਰਿਸ਼ਟੀ ਦੇ ਅੰਦਰ, ਪੂਰੀ ਰਚਨਾ ਦੇ ਅੰਦਰ ਪ੍ਰਭੂ ਦੇ ਦਰਸ਼ਨ ਹੋਣੇ ਸ਼ੁਰੂ ਹੋ ਜਾਂਦੇ ਹਨ। ਭਾਵੇਂ ਮਨੁੱਖ ਦਾ ਜੀਵਨ ਸਮਾਜਿਕ ਹੋਵੇ, ਧਾਰਮਿਕ ਹੋਵੇ, ਸੰਸਾਰਕ ਹੋਵੇ, ਜੀਵਨ ਦਾ ਕੋਈ ਵੀ ਪੱਖ ਹੋਵੇ, ਗੁਰੂ ਦੀ ਸਿੱਖਿਆ ਪ੍ਰਾਪਤ ਕਰਨ ਦੇ ਨਾਲ ਉਹ ਸਾਰਾ ਜੀਵਨ ਚਾਨਣ ਭਰਪੂਰ ਹੋ ਜਾਂਦਾ ਹੈ। ਹਰ
ਜੀਵਨ ਦੇ ਹਰ ਮਾਰਗ ਤੇ ਚੱਲਦਿਆਂ ਮਨੁੱਖ ਦਾ ਜੀਵਨ ਚਾਨਣ ਭਰਪੂਰ ਹੋ ਜਾਂਦਾ ਹੈ। ਤੇ ਸਫਲ ਜਿਹੜਾ ਮਨੁੱਖਾ ਜੀਵਨ ਹੈ, ਉਸ ਗੁਰੂ ਦੀ ਸਿੱਖਿਆ ਦੇ ਚਾਨਣ ਦੇ ਵਿੱਚ ਹੀ, ਉਸ ਪ੍ਰਭੂ ਦੇ ਜੋਤ ਦੇ ਦਰਸ਼ਨ ਕਰਕੇ ਹੀ ਜਿਹੜਾ ਹੈ ਉਹ ਜੀਵਿਆ ਜਾ ਸਕਦਾ ਹੈ। ਤੇ ਅੰਤਲੀ ਪੰਕਤੀ ਵਿੱਚ ਸਤਿਗੁਰੂ ਕਹਿ ਰਹੇ ਹਨ, ਜੋ ਤਿਸ ਭਾਵੈ ਸੋ ਆਰਤੀ ਹੋਈ। ਸਫਲ ਜੀਵਨ ਜੀਣ ਲਈ ਅਗਰ ਕੋਈ ਆਰਤੀ ਕਰਨੀ ਹੈ ਤਾਂ ਉਸ ਪ੍ਰਭੂ ਦੇ ਹੁਕਮ ਦਾ, ਹਜ਼ੂਰੀ ਦਾ, ਉਹਦੀ ਰਜ਼ਾ ਦਾ ਜੀਵਨ ਸਾਨੂੰ ਜਿਹੜਾ ਜੀਣਾ ਹੈ, ਉਹੀ ਅਸਲ ਆਰਤੀ ਹੈ। ਜੋ ਤਿਸ ਭਾਵੈ ਸੋ ਆਰਤੀ ਹੋਏ, ਉਹਦੇ ਹੁਕਮ ਵਿੱਚ ਚੱਲਣਾ ਹੀ ਅਸਲ ਆਰਤੀ ਹੈ। ਹਰ ਜੀਵ ਜੰਤ ਵਿੱਚ ਪ੍ਰਭੂ ਦੇ ਦਰਸ਼ਨ ਕਰਨੇ, ਉਸ ਪ੍ਰਭੂ ਦੇ ਹੁਕਮ ਦੇ ਵਿੱਚ ਚੱਲਣਾ ਆਰਤੀ ਹੈ। ਤੇ ਅੱਗੇ ਹੋਰ ਸਤਿਗੁਰੂ ਅੰਤਲੇ ਬੰਦ ਦੇ ਵਿੱਚ ਕਲੀਅਰ ਕਰ ਰਹੇ ਹਨ। ਹੁਣ ਸਤਿਗੁਰੂ ਸਾਨੂੰ ਸਿਖਾ ਰਹੇ ਹਨ ਕਿ ਅਸੀਂ ਇਹ ਆਰਤੀ ਕਰਨ ਵਾਸਤੇ, ਇਹ ਗਿਆਨ ਪ੍ਰਭੂ ਦੇ ਦਰਸ਼ਨ ਕਰਨ ਵਾਸਤੇ ਅਸੀਂ ਕੀ ਕਰਨਾ ਹੈ। ਹੁਣ ਸਤਿਗੁਰੂ ਕਹਿ ਰਹੇ ਹਨ, ਹਰ ਚਰਨ ਕਮਲ ਮਕਰੰਦ ਲੋਭਿਤ ਮਨੋ, ਅਨ ਦਿਨੋ ਮੋਹਿ ਆਹੀ ਪਿਆਸਾ। ਮਕਰੰਦ ਹੁੰਦਾ ਹੈ ਉਹ ਧੂੜ ਜਿਹੜੀ ਫੁੱਲਾਂ ਦੇ ਵਿੱਚ ਪਰਾਗ ਜਾਂ ਪੋਲਨ ਹੁੰਦੇ ਹਨ। ਅਸੀਂ ਰਸ ਵੀ ਫੁੱਲਾਂ ਦੇ ਵਿੱਚ ਮਿੱਠਾ ਹੁੰਦਾ ਕਈਆਂ 'ਚ, ਉਹਨੂੰ ਵੀ ਕਈ ਵਾਰੀ ਮਕਰੰਦ ਕਹਿ ਦਿੱਤਾ ਜਾਂਦਾ ਹੈ। ਹਰ ਚਰਨ ਕਮਲ ਮਕਰੰਦ ਲੋਭਿਤ ਮਨੋ, ਜਿਵੇਂ ਫੁੱਲ ਦੇ ਵਿੱਚ ਸਭ ਤੋਂ ਅਟਰੈਕਟਿਵ ਚੀਜ਼ ਜਿਹੜੀ ਜੀਵ ਜੰਤੂ, ਭੌਰੇ ਤੇ ਹੋਰ ਤਿਤਲੀਆਂ ਸਭ ਲੱਭਦੇ ਫਿਰਦੇ ਹੁੰਦੇ ਹਨ, ਉਸੇ ਤਰ੍ਹਾਂ ਸਤਿਗੁਰੂ ਕਹਿ ਰਹੇ ਹਨ ਕਿ ਮੇਰੇ ਵਾਸਤੇ ਜਿਵੇਂ ਉਹਨਾਂ ਦੇ ਵਾਸਤੇ ਫੁੱਲਾਂ ਦੇ ਵਿਚਲੇ ਪੋਲਨ ਔਰ ਉਹਨਾਂ ਦਾ ਰਸ ਜਿਹੜਾ ਹੈ ਉਹ ਉਹਨਾਂ ਦੇ ਵਾਸਤੇ ਅਟਰੈਕਸ਼ਨ ਹੈ। ਮੇਰਾ ਮਨ ਤੇਰੇ ਚਰਨਾਂ ਦੇ ਨਾਲ ਉਸ ਤਰ੍ਹਾਂ ਜੁੜਿਆ ਹੋਇਆ। ਮੈਂ ਅਰਥਾਂ ਤੇ ਸਿਰਫ ਤੇਰੇ ਚਰਨਾਂ ਦੀ ਭਾਲ ਦੇ ਵਿੱਚ ਹੀ ਹਾਂ ਕਿ ਤੇਰੇ ਚਰਨ ਰੂਪ ਜਿਹੜੇ ਕੌਲ ਫੁੱਲ ਹਨ, ਚਰਨ ਕੰਵਲ, ਕੰਵਲ ਦੇ ਫੁੱਲ ਹਨ। ਅਸੀਂ ਆਮ ਇਹ ਤਸ਼ਬੀਹ ਦਿੰਦੇ ਹਾਂ ਕਿ ਚਰਨ ਕੰਵਲ ਕਹਿੰਦੇ ਹਾਂ। ਤੇ ਸਤਿਗੁਰੂ ਕਹਿੰਦੇ ਹਨ ਕਿ ਤੇਰੇ ਚਰਨ ਕੰਵਲ ਉਹ ਜਿਹੜੇ ਹਨ, ਉਹਨਾਂ ਦਾ ਰਸ ਹੈ, ਉਹਨਾਂ ਦਾ ਮਕਰੰਦ ਹੈ, ਉਹਨੇ ਮੇਰੇ ਮਨ ਨੂੰ ਮੋਹ ਲਿਆ, ਪੂਰੀ ਤਰ੍ਹਾਂ ਮੋਹ ਲਿਆ ਹੈ, ਲਲਚਾ ਲਿਆ ਹੈ। ਅਣ ਦਿਨੋਂ ਮੋਹਿ ਆਹੀ ਪਿਆਸਾ, ਅਣ ਦਿਨੋਂ ਭਾਵ ਹਰ ਰੋਜ਼, ਮੋਹਿ ਆਹੀ ਪਿਆਸਾ। ਮੈਨੂੰ ਉਹਨਾਂ ਚਰਨਾਂ ਦੀ, ਚਰਨ ਕਮਲਾਂ ਦੀ ਪਿਆਸ ਵੱਧਦੀ ਹੀ ਜਾ ਰਹੀ। ਹੁਣ ਸਤਿਗੁਰੂ ਸਾਨੂੰ ਸਿਖਾ ਰਹੇ ਹਨ ਕਿ ਬੇਨਤੀ ਕਰਨੀ ਹੈ ਅਸੀਂ ਅਕਾਲ ਪੁਰਖ ਅੱਗੇ ਕਿਸ ਤਰ੍ਹਾਂ, ਕਿ ਕਿਰਪਾ ਜਲ ਦੇ ਨਾਨਕ ਸਾਰੰਗ ਕਉ, ਕਿ ਜਿਸ ਤਰ੍ਹਾਂ ਤੇਰੀ ਬਰਕਤ ਦੇ ਵਾਸਤੇ, ਤੇਰੇ ਨਾਮ ਜਲ ਦੇ ਵਾਸਤੇ ਮੈਂ ਉਸ ਤਰ੍ਹਾਂ ਤਰਸ ਰਿਹਾ ਹਾਂ ਜਿਵੇਂ ਇੱਕ ਪਪੀਹਾ ਤਰਸਦਾ ਹੈ ਜਲ ਦੇ ਵਾਸਤੇ। ਤੋ ਸਤਿਗੁਰੂ ਕਹਿੰਦੇ ਹਨ ਕਿ ਨਾਨਕ ਪਪੀਹੇ ਨੂੰ ਆਪਣੀ ਮਿਹਰ ਦਾ ਜਲ, ਕਿਰਪਾ ਜਲ ਦੇ, ਕਿਰਪਾ ਦਾ ਜਲ ਦੇ ਭਾਵ ਨਿਮਰਤਾ ਦੇ ਵਿੱਚ ਆ ਕੇ ਪ੍ਰਭੂ ਦੇ ਪ੍ਰੇਮ ਦੀ ਪੁਕਾਰ ਕਰ, ਪ੍ਰਭੂ ਤੋਂ ਮੰਗ ਕਰ ਕਿ ਮੈਨੂੰ ਆਪਣਾ ਨਾਮ ਬਖਸ਼, ਹੋਏ ਜਾਂ ਤੇ ਤੇਰਾ ਨਾਏ ਵਾਸ। ਕਿ ਹੇ ਹਰੀ, ਤੇਰੇ ਚਰਨ ਰੂਪੀ ਕੌਲ ਫੁੱਲਾਂ ਦਾ ਰਸ ਮੇਰੇ ਲਈ ਬੜਾ ਪਿਆਰਾ ਹੈ। ਮੇਰਾ ਮਨ ਹਰ ਵੇਲੇ, ਹਰ ਵਕਤ ਮੈਨੂੰ ਇਹਦੀ ਪਿਆਸ ਲੱਗੀ ਹੋਈ ਹੈ, ਮੇਰਾ ਮਨ ਲਲਚਾ ਰਿਹਾ ਹੈ। ਇਹ ਬੇਨਤੀ ਕਰ, ਮੈਨੂੰ ਪਪੀਹੇ ਨੂੰ ਆਪਣੀ ਮਿਹਰ ਦਾ ਜਲ ਦੇ। ਸਤਿਗੁਰਾਂ ਨੇ ਆਪਣੇ ਨਾਮ ਨਾਲ ਬੇਨਤੀ ਕੀਤੀ ਹੈ, ਸਿਖਾ ਸਾਨੂੰ ਰਹੇ ਹਨ। ਕਿਰਪਾ ਜਲ ਦੇ ਨਾਨਕ ਸਾਰੰਗ ਕੋ, ਹੋਏ ਜਾਂ ਤੇ ਤੇਰਾ ਨਾਮ ਵਾਸ, ਕਿ ਮੈਨੂੰ ਮਿਹਰ ਦਾ ਜਲ ਦੇ ਜਿਸ ਦੀ ਬਰਕਤ ਨਾਲ ਮੈਂ ਤੇਰੇ ਨਾਮ ਵਿੱਚ ਟਿਕਿਆ। ਪਹਿਲਾਂ ਸਤਿਗੁਰਾਂ ਨੇ ਸਾਨੂੰ ਸਮਝਾਇਆ ਕਿ ਉਸ ਅਕਾਲ ਪੁਰਖ ਨੂੰ ਪੂਰੀ ਸ੍ਰਿਸ਼ਟੀ ਕੁਦਰਤ ਦੇ ਵਿੱਚ ਵਰਤਦੇ ਹੋਏ ਦੇਖਣਾ। ਦੂਜੀ ਸਤਿਗੁਰਾਂ ਨੇ ਸਾਨੂੰ ਇਹਦੇ ਵਿੱਚ ਇਹ ਸਮਝ ਦਿੱਤੀ ਹੈ ਕਿ ਉਸ ਦੀ ਰਜ਼ਾ ਦੇ ਵਿੱਚ ਜੋ ਤਿਸ ਭਾਵੈ ਸੋ ਆਰਤੀ, ਉਹਦਾ ਹੁਕਮ ਦੇ ਵਿੱਚ ਅਸੀਂ ਆਪਣਾ ਜੀਵਨ ਚਲਾਉਣਾ ਹੈ, ਹੁਕਮ ਵਿੱਚ ਜੀਣਾ ਹੈ। ਤੇ ਹੁਣ ਅੰਤਲੇ ਬੰਦ ਦੇ ਵਿੱਚ ਸਤਿਗੁਰੂ ਆਪਣਾ ਆਖਰੀ ਉਪਦੇਸ਼ ਦੇ ਰਹੇ ਹਨ ਕਿ ਮੈਨੂੰ ਹੇ ਪ੍ਰਭੂ ਕਿਰਪਾ ਕਰ, ਹੋਏ ਜਾਂ ਤੇ ਤੇਰਾ ਨਾਮ ਵਾਸਾ। ਸਿਰਫ ਨਾਮ ਮੇਰੇ ਅੰਦਰ ਵਸੇ ਨਹੀਂ, ਮੇਰਾ ਵਾਸਾ ਹੀ ਤੇਰੇ ਨਾਮ ਦੇ ਵਿੱਚ ਹੋ ਜਾਏ, ਮੈਂ ਤੇਰੇ ਨਾਮ ਦੇ ਵਿੱਚ ਟਿਕਿਆ ਰਵਾਂ, ਮੇਰਾ ਸਦੀਵੀ ਟਿਕਾਣਾ ਉਹ ਬਣ ਜਾਵੇ, ਮੇਰਾ ਆਸਰਾ, ਮੇਰੀ ਠਾਹਰ ਬਸ ਤੇਰਾ ਨਾਮ ਸਿਮਰਨ ਹੀ ਹੋਵੇ। ਉਹ ਗੁਰੂ ਪਿਆਰਿਆਂ ਦੀ ਸੰਗਤ ਹੋਵੇ ਜਿੱਥੇ ਨਾਮ ਮੈਂ ਜਪ ਸਕਾਂ, ਨਾਮ ਨਾਲ ਜੁੜ ਸਕਾਂ। ਇਹ ਉਹ ਤੱਤ ਵਸਤੂ ਹੈ ਜਿਹੜੀ ਇੱਕ ਗੁਰਸਿੱਖ ਨੇ ਪ੍ਰਾਪਤ ਕਰਨੀ ਹੈ। ਕੁਦਰਤ ਦੇ ਵਿੱਚ ਹੋ ਰਹੀ ਆਰਤੀ ਦੇ ਨਾਲ ਜੁੜ ਕੇ, ਪ੍ਰਭੂ ਪ੍ਰੇਮ ਦੇ ਵਿੱਚ ਆ ਕੇ ਪੂਰੀ ਕੁਦਰਤ ਵਿੱਚ ਉਹਦੇ ਦਰਸ਼ਨ ਕਰਨੇ, ਉਹਦੇ ਹੁਕਮ ਦਾ ਜੀਵਨ ਜੀਣਾ, ਉਹਦੇ ਨਾਮ ਦੇ ਵਿੱਚ ਆਪਣਾ ਸਦੀਵੀ ਟਿਕਾਣਾ ਪਾਉਣਾ। ਸਮਾਂ ਕੁਝ ਜ਼ਿਆਦਾ ਲੱਗ ਰਿਹਾ ਜੀ, ਮੈਂ
ਮਾਫੀ ਦਾ ਜਾਚਕ ਹਾਂ। ਹੋਈਆਂ ਭੁੱਲਾਂ ਦੀ ਖਿਮਾ ਕਰ ਦੇਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਜੀ ਵੀਰ ਪ੍ਰਭ ਕੀਰਤਨ ਸਿੰਘ ਜੀ, ਬਹੁਤ ਹੀ ਪਿਆਰ ਨਾਲ ਡਿਟੇਲ ਨਾਲ ਇਸ ਸ਼ਬਦ ਦੀ ਵਿਚਾਰ ਆਪ ਜੀ ਨੇ ਸਮਝਾਈ ਹੈ। ਬੜੀ ਕਲੈਰਿਟੀ ਸਤਿਗੁਰੂ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੇ ਸਾਡੇ ਸਾਹਮਣੇ ਰੱਖ ਦਿੱਤੀ। ਜੋ ਜਗਨਨਾਥਪੁਰੀ ਵਿਖੇ ਪੰਡਿਤ ਆਰਤੀ ਕਰ ਰਹੇ ਸਨ, ਸਤਿਗੁਰੂ ਜੀ ਨੂੰ ਜਦੋਂ ਉਸ ਆਰਤੀ ਵਿੱਚ ਸ਼ਾਮਲ ਹੋਣ ਲਈ ਕਿਹਾ ਗਿਆ ਤੇ ਮਹਾਰਾਜ ਪਿੱਛੇ ਜਾ ਕੇ ਖੜੇ ਹੋ ਗਏ। ਇਸ ਆਰਤੀ ਵਿੱਚ ਸ਼ਾਮਲ ਨਾ ਹੋਏ। ਉਹਨਾਂ ਸਵਾਲ ਕੀਤਾ ਵੀ ਤੁਸੀਂ ਇਸ ਆਰਤੀ ਵਿੱਚ ਸ਼ਾਮਲ ਨਹੀਂ ਹੋਏ, ਤੇ ਪਾਤਸ਼ਾਹ ਦਾ ਜਵਾਬ ਸੀ, ਮੈਂ ਉਸ ਮਾਲਕ ਦੀ ਆਰਤੀ ਵਿੱਚ ਸ਼ਾਮਲ ਹਾਂ ਜਿਸ ਦੀ ਆਰਤੀ ਲਗਾਤਾਰ ਹੋ ਰਹੀ ਹੈ। ਉਹਨੂੰ ਕਿਸੇ ਵਿਸ਼ੇਸ਼ ਟਾਈਮ ਤੇ, ਵਿਸ਼ੇਸ਼ ਸਮੇਂ ਦੇ ਉੱਤੇ, ਵਿਸ਼ੇਸ਼ ਸਮਾਨ ਦੇ ਨਾਲ ਕਰਨ ਦੀ ਲੋੜ ਨਹੀਂ ਹੈ। ਬਹੁਤ ਹੀ ਗੁਰੂ ਨਾਨਕ ਪਾਤਸ਼ਾਹ ਜੀ ਨੇ ਜੋ ਜਵਾਬ ਦਿੱਤੇ, ਜੋ ਸਮਝਾਇਆ, ਤੇ ਉਹ ਗੁਰੂ ਬਾਬੇ ਨੇ ਉਸ ਰੱਬੀ ਆਰਤੀ ਨੂੰ ਰੂਪਵਾਨ ਕਰਨ ਵਾਲਾ ਸ਼ਬਦ ਜਿਹੜਾ ਸੀ ਉੱਥੇ ਸਿੱਖਿਆ, ਤੇ ਉਹਨਾਂ ਕੋਲ ਕੋਈ ਜਵਾਬ ਨਹੀਂ ਸੀ ਉੱਥੇ ਉਸ ਵੇਲੇ ਪੁਜਾਰੀਆਂ ਦੇ ਕੋਲ। ਤੇ ਗੁਰੂ ਜੀ ਨੇ ਸਾਨੂੰ ਨਿਰਗੁਣ ਸਰੂਪ ਵਾਹਿਗੁਰੂ ਦੀ, ਪਰਮੇਸ਼ਰ ਦੀ, ਬ੍ਰਹਮ ਦੀ ਆਰਤੀ ਕਰਨ ਦੀ ਜਾਚ ਸਿਖਾਈ ਹੈ, ਜਿਹਦਾ ਆਪਣਾ ਸਰੂਪ ਨਹੀਂ ਹੈ ਪਰ ਸਾਰਾ ਕੁਦਰਤ ਉਹਦਾ ਸਰੂਪ ਹੈ। ਦੋਨੇ ਗੱਲਾਂ ਸਮਝਾ ਦਿੱਤੀਆਂ ਵੀ ਇੱਕ ਉਹ ਨਿਰਗੁਣ ਸਰੂਪ ਹੈ, ਪਰ ਉਹਦਾ ਸਰਗੁਣ ਸਰੂਪ ਵੀ ਸਾਰੀ ਕੁਦਰਤ ਰੂਪ ਵਿੱਚ ਦੇਖਣ ਨੂੰ ਮਿਲਦਾ ਹੈ। ਪਰ ਇੰਨਾ ਕੁਝ ਸਿੱਖਣ ਦੇ ਬਾਵਜੂਦ ਵੀ, ਇੰਨਾ ਕੁਝ ਪੜ੍ਹਨ ਦੇ ਬਾਵਜੂਦ ਵੀ ਅਜੇ ਵੀ ਸਾਡੇ ਕੁਝ ਕੇਂਦਰੀ ਸਥਾਨਾਂ ਤੇ ਵੀ ਇਹ ਪਰੰਪਰਾ ਚੱਲ ਰਹੀ ਹੈ। ਦੀਵੇ ਬਾਲਣ ਵਾਲੀ, ਦੀਵੇ ਘੁਮਾ ਕੇ ਆਰਤੀ ਕਰਨ ਵਾਲੀ, ਈਵਨ ਕੁਝ ਤਖਤ ਸਾਹਿਬਾਨ ਤੇ ਵੀ ਇਹ ਮਰਿਆਦਾ ਚੱਲ ਰਹੀ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਇਸ ਨੂੰ ਫਿਰ ਪੁਰਾਤਨ ਮਰਿਆਦਾ ਦਾ ਨਾਮ ਦੇ ਦਿੱਤਾ ਜਾਂਦਾ ਹੈ। ਪੁਰਾਤਨ ਮਰਿਆਦਾ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੇ ਤਾਂ ਉਹ ਸਾਡੀ ਝੋਲੀ ਵਿੱਚ ਪਾਈ। ਉਹ ਪੁਰਾਤਨ ਮਰਿਆਦਾ ਸਾਡੀ ਉਹ ਹੋਣੀ ਚਾਹੀਦੀ ਹੈ ਕਿ ਗੁਰੂ ਨਾਨਕ ਪਾਤਸ਼ਾਹ ਦਾ ਮੱਤ ਇੱਥੋਂ ਸ਼ੁਰੂ ਹੁੰਦਾ, ਗਗਨ ਮੈਂ ਥਾਲ ਰਾਬ ਚੰਦ ਦੀਪਕ ਬਣੇ ਤਾਰਕਾ ਮੰਡਲ ਜਨਕ ਮੋਤੀ ਤੋਂ। ਸਾਡੀ ਪੁਰਾਤਨ ਮਰਿਆਦਾ ਤੇ ਹੈ। ਦਰਅਸਲ ਹੋਇਆ ਕਿ ਵੀ ਇਸ ਪੁਰਾਤਨ ਮਰਿਆਦਾ ਦੇ ਨਾਂ ਤੇ ਅਜੇ ਵੀ ਕੁਝ ਗੁਰਦੁਆਰਿਆਂ ਦੇ ਵਿੱਚ, ਗੁਰੂ ਘਰਾਂ ਦੇ ਵਿੱਚ, ਕੇਂਦਰੀ ਸਥਾਨਾਂ ਦੇ ਉੱਤੇ ਵੀ ਉਹ ਘਿਓ ਵਾਲੀ ਜੋਤ ਜਗਾਈ ਜਾਂਦੀ ਹੈ। ਉਹਨੂੰ ਪੁਰਾਤਨ ਮਰਿਆਦਾ ਦਾ ਨਾਂ ਹੀ ਦੇ ਦਿੱਤਾ ਜਾਂਦਾ। ਅਸਲ 'ਚ ਲੁਕਵੇਂ ਛੁਪਾ ਆਰਤੀ ਦਾ ਇੱਕ ਪ੍ਰਤੀਕ ਜਿਹਾ ਮੰਨਿਆ ਜਾਂਦਾ ਹੈ। ਲੁਕਵੇਂ ਰੂਪ ਵਿੱਚ, ਚੋਰੀ ਰੂਪ ਵਿੱਚ ਅਸੀਂ ਕਹਿ ਸਕਦੇ ਹਾਂ ਕਿ ਉਹ ਆਰਤੀ ਦੀ ਜੋ ਜੋਤ ਜਗਦੀ ਸੀ, ਘਿਓ ਵਾਲੇ ਦੀਵੇ ਬਾਲਦੇ ਸਨ, ਉਹਦਾ ਇੱਕ ਸ਼ੁਕਮਾ ਰੂਪ ਜਿਹੜਾ ਸੀ ਉਹ ਅੱਜ ਗੁਰਦੁਆਰਿਆਂ ਦੇ ਅੰਦਰ ਆ ਗਿਆ। ਗੱਲ ਸਰ ਸਪਸ਼ਟ ਹੈ ਵੀ ਇਹ ਗੁਰਦੁਆਰਿਆਂ ਵਿੱਚ ਕਦੋਂ ਚੀਜ਼ਾਂ ਆਈਆਂ? ਜਦੋਂ ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ ਤੋਂ ਬਾਅਦ ਸਿੱਖਾਂ ਦੇ ਸਿਰਾਂ ਦੇ ਮੁੱਲ ਰੱਖੇ ਗਏ ਤੇ ਸਿੱਖ ਘਰ ਘਰ ਛੱਡ ਕੇ ਜੰਗਲਾਂ ਚਲੇ ਗਏ। ਗੁਰਦੁਆਰਿਆਂ ਦਾ ਪ੍ਰਬੰਧ ਉਦਾਸੀਆਂ, ਮਹੰਤਾਂ ਤੇ ਉਹਨਾਂ ਦੇ ਹੱਥ ਵਿੱਚ ਆ ਗਿਆ, ਤੇ ਉਹਨਾਂ ਨੇ ਉਸ ਆਪਣੀਆਂ ਮਰਿਆਦਾਵਾਂ ਜਿਹੜੀਆਂ ਸਨ ਉਹਨਾਂ ਨੂੰ ਗੁਰਦੁਆਰਿਆਂ 'ਚ ਲਿਆ ਕੇ ਵਾੜ ਦਿੱਤਾ। ਪਰ ਇੰਨਾ ਕੁਝ ਹੋਣ ਦੇ ਬਾਵਜੂਦ ਹੀ ਹੁਣ ਗੁਰਦੁਆਰੇ ਅਸੀਂ ਆਜ਼ਾਦ ਕਰਾ ਲਏ, ਮਹੰਤਾਂ ਤੋਂ ਆਜ਼ਾਦ ਹੋ ਗਏ, ਪਰ ਸਾਡੀ ਮਰਿਆਦਾ ਆਜ਼ਾਦ ਨਾ ਹੋ ਸਕੀ। ਮਰਿਆਦਾ ਸਾਡੀ ਅੱਜ ਵੀ ਉਸੇ ਮਰਿਆਦਾ 'ਚ ਅਸੀਂ ਬੱਝੇ ਰਹਿ ਗਏ, ਜਿਹਨੂੰ ਪੁਰਾਤਨ ਮਰਿਆਦਾ ਦਾ ਨਾਂ ਅਸੀਂ ਦੇ ਕੇ ਇਹ ਕੁਰੀਤੀਆਂ ਅਜੇ ਵੀ ਕਰਦੇ ਹਾਂ। ਇਹ ਬੰਦ ਕਰਨੀ ਸਾਡੇ ਮੁੱਖ ਸੰਸਥਾਵਾਂ ਦਾ ਫਰਜ਼ ਹੈ ਵੀ ਅਸੀਂ ਇਹਨਾਂ ਕੁਰੀਤੀਆਂ ਤੋਂ ਬਾਹਰ ਨਾ ਨਿਕਲੀਏ ਔਰ ਸ਼ਬਦ ਸੁਰਤ ਦੇ ਜਿਹੜਾ ਪਰਚਾ ਹੈ ਉਹਦੇ ਨਾਲ ਪਰਚਾਈਏ ਆਪਣੇ ਆਪ ਨੂੰ, ਉਹਦੇ ਵਿੱਚੋਂ ਆਨੰਦ ਲਈਏ ਜੋ ਗੁਰੂ ਸਾਹਿਬ ਨੇ ਇਸ ਪਾਵਨ ਸ਼ਬਦ ਵਿੱਚ ਸਾਡੇ ਸਾਹਮਣੇ ਰੱਖਿਆ ਹੈ। ਤੋਂ ਅਸੀਂ ਇੱਥੇ ਬੇਨਤੀ ਵੀ ਕਰਦੇ ਹਾਂ ਕਿ ਗੁਰੂ ਸ਼ਬਦ ਦੇ ਆਸਰੇ ਤੇ ਸਾਨੂੰ ਉਹ ਹੀ ਰੀਤਾਂ ਕਰਨੀਆਂ ਚਾਹੀਦੀਆਂ ਹਨ ਜਿਹੜੀਆਂ ਰੀਤਾਂ ਗੁਰਮਤਿ ਅਨੁਸਾਰੀ ਹਨ। ਦੂਜੇ ਧਰਮਾਂ ਦਾ ਆਪਣਾ ਮੁਬਾਰਕ ਹੈ, ਜਿਨ੍ਹਾਂ ਦੇ ਆਪਣੇ ਸਿਧਾਂਤ ਹਨ ਕਰਨ, ਉਹਨਾਂ ਦੀ ਮਰਿਆਦਾ ਹੈ, ਕੋਈ ਪ੍ਰੋਬਲਮ ਨਹੀਂ ਹੈ, ਉਹਨਾਂ ਨੂੰ ਕਰਨੀ ਹੈ, ਮੁਬਾਰਕ ਹੈ। ਪਰ ਕਿਉਂਕਿ ਉਸ ਧਰਮ ਦੇ ਵਿੱਚ ਕਿਸੇ ਦੇਵੀ ਜਾਂ ਮੂਰਤੀ ਦੇ ਅੱਗੇ ਦੀਵੇ ਘੁਮਾ ਕੇ ਪੂਜਾ ਕਰਨੀ, 4 ਵਾਰੀ ਪੈਰਾਂ ਵਾਲੇ ਪਾਸੇ, 2 ਵਾਰੀ ਨਾਭੀ ਦੇ ਉੱਤੇ, 1 ਵਾਰੀ ਮੂੰਹ ਉੱਤੇ, 7 ਵਾਰੀ ਸਰੀਰ ਤੇ ਦੀਵੇ ਘੁਮਾਏ ਜਾਂਦੇ ਨੇ। ਦੀਵਿਆਂ ਦੀ ਗਿਣਤੀ 1 ਤੋਂ ਲੈ ਕੇ 100 ਤੱਕ ਵੀ ਹੁੰਦੀ ਹੈ। ਗੁਰੂ ਨਾਨਕ ਪਾਤਸ਼ਾਹ ਜੀ ਨੇ ਇਸ ਆਰਤੀ ਨੂੰ ਹਟਾ ਕੇ ਸਾਨੂੰ ਕੁਦਰਤ ਦੀ ਆਰਤੀ ਦੀ ਗੁਰਿਆਈ ਜਿਹੜੀ ਹੈ ਉਹ ਸਿਖਾਈ ਕਿ ਕੈਸੇ ਉਸ ਕਰਤਾਰ ਦੀ, ਕਾਦਰ ਦੀ ਆਰਤੀ ਕੁਦਰਤ ਵਿੱਚ ਆਪਣੇ ਆਪ ਹੀ ਹੋ ਰਹੀ ਹੈ। ਇਹ ਹੈ ਸ਼ਬਦ ਸਰੋਤ ਵਿੱਚ ਜੁੜ ਕੇ ਆਪਣਾ ਆਨੰਦ ਮਾਣਨਾ। ਬਹੁਤ ਬਹੁਤ ਧੰਨਵਾਦ ਜੀ। ਵੀਰ ਰਾਜਾ ਸਿੰਘ ਜੀ ਨੂੰ ਬੇਨਤੀ ਕਰ ਰਿਹਾ ਹਾਂ, ਨਵੇਂ ਆਏ ਵੀਰਾਂ ਭੈਣਾਂ ਨਾਲ ਸਾਡੀ ਜਾਣ ਪਛਾਣ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।